ਜਿਹੜਾ ਇਹ ਪੰਜਾਬ 'ਚ ਯਾਤਰਾ ਕੱਢ ਰਹੇ ਨੇ ਦਲਿਤ ਦੀ ਆੜ ਵਿੱਚ ਨਾ ਇਹ ਮਾਹੌਲ ਖਰਾਬ ਕਰ ਰਹੇ ਨੇ। ਦੇਖੋ ਪੰਜਾਬ ਦੇ ਕਿਸਾਨ ਅੱਜ 2 ਮਹੀਨਿਆਂ ਤੋਂ ਬੈਠੇ ਨੇ, ਕਿਸੇ ਦੀ ਚੀਚੀ ਨੂੰ ਵੀ ਝਰੀਟ ਨਹੀਂ ਆਈ। ਇਹ ਇੱਕ ਦਿਨ ਨਿਕਲੇ ਨੇ ਦਲਿਤ ਯਾਤਰਾ ਦੀ ਆੜ ਵਿੱਚ, ਇਹਨਾਂ ਨੇ ਇੱਕ ਕਿਸਮ ਦੇ ਦੰਗੇ ਫੈਲਾਉਣੇ ਸ਼ੁਰੂ ਕਰਤੇ। ਪੰਜਾਬ ਦੇ ਵਿੱਚ ਉਹ ਹਿੰਦੂ ਤੇ ਸਿੱਖ ਦੀ ਦਰਾਰ ਪਾਉਣਾ ਚਾਹੁੰਦੇ ਨੇ ਕਿ ਬੀਜੇਪੀ ਤਾਂ ਉਲਟ ਹੈ ਹੀ ਹੈ, ਪਰ ਪਹਿਲੀਆਂ ਸਰਕਾਰਾਂ ਨੇ ਘੱਟ ਨਹੀਂ ਕੀਤੀ। ਭਗਵੰਤ ਮਾਨ ਜਾਂ ਬਿਕਰਮ ਮਜੀਠੀਆ ਬੋਲ ਰਹੇ ਨੇ, ਇਹ ਮੈਂ ਸਮਝਦਾ ਕਿ ਸਰਾਸਰ ਝੂਠ ਬੋਲ ਰਹੇ ਨੇ। ਉਹ ਕੇਜਰੀਵਾਲ ਨੂੰ ਕਹੇ ਦਿੱਲੀ ਕਰਕੇ ਦਿਖਾਵੇ, ਤਾਂ ਜਿਹੜਾ ਰੋਜ਼ ਸ਼ੋਰ ਮਚਾਉਂਦੇ ਨੇ, ਜਿਹੜੇ ਰੋਜ਼ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਹਮੈਤੀ ਹਾਂ ਜੀ, ਅਸੀਂ ਪੰਜਾਬੀਆਂ ਦੇ ਹਮੈਤੀ, ਉਹਨੂੰ ਕਹੇ ਕਰੇ। ਦਿੱਲੀ ਦੀ ਵਿਧਾਨ ਸਭਾ ਹੈਗੀ ਨਾ ਉਹਦੇ ਕੋਲ। ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਨੂੰ ਪੰਜਾਬੀ ਵਿੱਚ ਕਾਨੂੰਨ ਹੀ ਨਹੀਂ ਕਹਿਣਾ ਆਉਂਦਾ, ਤੇ ਉਹ ਪੰਜਾਬ ਦੇ ਲੋਕਾਂ ਦੇ ਅੱਗੇ ਆਣ ਕੇ ਹਿਫਾਜ਼ਤ ਕੀ ਕਰੇਗਾ। ਲੋਕ ਸਭਾ ਦੀ ਇਲੈਕਸ਼ਨ ਹੋਈ, 7% ਵੋਟ ਪਈ ਸਾਰੇ ਪੰਜਾਬ 'ਚ। ਉਹਦੇ 'ਚੋਂ 5 ਪੈਸੇ ਇਕੱਲੇ ਭਗਵੰਤ ਮਾਨ ਦੀ ਸੀ। ਆ ਜਿਹੜੇ ਬੋਲਦੇ ਨੇ, ਕਹਿੰਦੇ ਜੀ ਫਲਾਨਾ ਖੇਡ 'ਚ ਨਹੀਂ, ਇਹਨੂੰ ਪੁੱਛੋ ਤੁਸੀਂ ਖੇਡ 'ਚ ਹੈਗੇ ਆ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਵਿੱਚ ਬੇਸ਼ੱਕ ਕੇਂਦਰੀ ਖੇਤੀ ਕਾਨੂੰਨਾਂ ਨੂੰ ਨਾਕਸ ਕਰਨ ਦੇ ਲਈ ਬਿੱਲ ਪਾਸ ਕਰ ਦਿੱਤੇ ਗਏ ਨੇ, ਉਹਦੇ ਤੋਂ ਬਾਅਦ ਪੰਜਾਬ ਦੀ ਸਿਆਸਤ ਨੇ ਕਈ ਤਰੀਕੇ ਦੀ ਉਥਲ-ਪੁਥਲ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਇੱਕ ਪਾਸੇ ਕਿਸਾਨ ਸੰਘਰਸ਼ ਥੋੜਾ ਜਿਹਾ ਹੋਰ ਤਿਖੇਰਾ ਹੋਇਆ, ਢਿੱਲ ਦਿੱਤੀ ਗਈ ਹੈ ਰੇਲਵੇ ਟਰੈਕ ਦੇ ਉੱਤੋਂ ਮਾਲ ਗੱਡੀਆਂ ਲੰਘਾਉਣ ਦੇ ਲਈ। ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਇਸ ਵੇਲੇ ਸੜਕਾਂ ਤੇ ਉਤਰ ਰਹੀ ਹੈ, ਧੱਕਾ ਮੁੱਕੀ ਹੋ ਰਹੀ ਹੈ, ਕਈ ਥਾਵਾਂ ਤੇ ਸਥਿਤੀਆਂ ਜਿਹੜੀਆਂ ਉਹ ਗੰਭੀਰ ਬਣਦੀਆਂ ਨਜ਼ਰ ਆ ਰਹੀਆਂ ਨੇ, ਉਹ ਕਈ ਤਰੀਕੇ ਦੇ ਇਸ਼ਾਰੇ ਦੇ ਰਹੀਆਂ ਨੇ। ਸਵਾਲ ਉੱਠਦੇ ਨੇ ਕਿ ਭਾਜਪਾ ਸੱਚਿਓ ਹੀ ਜਿਹੜੀ ਦਲਿਤ ਇਨਸਾਫ ਯਾਤਰਾ ਕੱਢ ਰਹੀ ਸੀ, ਉਹਦੇ ਨਾਲ ਦਲਿਤਾਂ ਦੇ ਪੱਖ ਦੇ ਵਿੱਚ ਖੜ ਰਹੀ ਹੈ, ਜਾਂ ਫਿਰ ਇਹ ਇੱਕ ਨਵਾਂ ਤਰੀਕਾ ਆ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਹਿਲਜੁਲ ਦੇਣ ਲਈ ਤੇ ਕਿਸਾਨ ਅੰਦੋਲਨ ਨੂੰ ਠੰਡਾ ਕਰਨ ਦੇ ਲਈ, ਤਾਰਪੀਡੋ ਕਰਨ ਦੇ ਲਈ। ਇਹਨਾਂ ਸਾਰੇ ਨੁਕਤਿਆਂ ਤੇ ਗੱਲਬਾਤ ਕਰਾਂਗੇ। ਇਸ ਵੇਲੇ ਸਾਡੇ ਨਾਲ ਵਿਧਾਇਕ ਸੁਖਪਾਲ ਖਹਿਰਾ ਹੋਰੀ ਮੌਜੂਦ ਨੇ। ਖਹਿਰਾ ਸਾਹਿਬ, ਜੋ ਕੁਝ ਹੋਇਆ ਵਾਪਰਿਆ, ਕੱਲ ਬੀਜੇਪੀ ਨੇ ਯਾਤਰਾ ਸ਼ੁਰੂ ਕੀਤੀ, ਜਲੰਧਰ ਤੋਂ ਸ਼ੁਰੂ ਕੀਤੀ ਤੇ ਜਲੰਧਰ ਦੇ ਵਿੱਚ ਹੀ ਰੋਕ ਦਿੱਤੀ ਗਈ। ਠੀਕ ਹੈ, ਪ੍ਰਸ਼ਾਸਨ ਨੂੰ ਜੋ ਲੱਗਾ ਉਹਨੇ ਕਰ ਦਿੱਤਾ। ਨਵਾਂ ਸ਼ਹਿਰ ਦੇ ਵਿੱਚ ਜਿਸ ਤਰੀਕੇ ਨਾਲ ਟਕਰਾਅ ਹੋਇਆ ਕਿਸਾਨਾਂ ਦੇ ਵਿੱਚ ਤੇ ਭਾਜਪਾ ਦੇ ਵਰਕਰਾਂ ਤੇ ਆਗੂਆਂ ਦੇ ਦਰਮਿਆਨ, ਇਹ ਕਈ ਤਰੀਕੇ ਦੇ ਇਸ਼ਾਰੇ ਮਿਲਦੇ ਨਜ਼ਰ ਆ ਰਹੇ ਆ ਕਿ ਭਾਜਪਾ ਸੱਚੀ ਦਲਿਤਾਂ ਦੇ ਪੱਖ ਦੇ ਵਿੱਚ ਆਵਾਜ਼ ਬੁਲੰਦ ਕਰ ਰਹੀ ਹੈ, ਜਾਂ ਇਸ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਇਹ ਯਾਤਰਾ ਸ਼ੁਰੂ ਕੀਤੀ ਹੈ, ਜਿਹੜੇ ਟਕਰਾਅ ਬਣਾਏ ਜਾ ਰਹੇ ਆ, ਇਹਦੇ ਨਾਲ ਜਿਹੜਾ ਉਹ ਕੁਝ ਹੋਰ ਕਰਨ ਦੀ ਕੋਸ਼ਿਸ਼ ਹੈ। ਦੇਖੋ, ਬੀਜੇਪੀ ਜਿਹੜੀ ਆ ਉਹ ਐਂਟੀ ਦਲਿਤ ਦਾ ਉਹਦਾ ਚਿਹਰਾ ਬੇਨਕਾਬ ਹੋਇਆ ਜਦੋਂ ਹਾਥਰਸ ਉੱਤਰ ਪ੍ਰਦੇਸ਼ ਵਿੱਚ ਇੱਕ ਦਲਿਤ ਲੜਕੀ ਦਾ ਗੈਂਗਰੇਪ ਹੋਇਆ ਜੀ, ਔਰ ਜਿਸ ਢੰਗ ਦੇ ਨਾਲ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਰਾਤ 2 ਵਜੇ, ਔਰ ਬੇਇਨਸਾਫੀ ਕੀਤੀ ਗਈ ਪਰਿਵਾਰ ਨਾਲ। ਸੋ ਇਹ ਦਲਿਤਾਂ 'ਤੇ ਤਾਂ ਗੱਲਾਂ ਨਾ ਕਰਨ। ਜਿਹੜਾ ਇਹ ਪੰਜਾਬ 'ਚ ਯਾਤਰਾ ਕੱਢ ਰਹੇ ਨੇ ਦਲਿਤ ਦੀ ਆੜ ਵਿੱਚ ਨਾ, ਇਹ ਮਾਹੌਲ ਖਰਾਬ ਕਰ ਰਹੇ ਨੇ। ਦੇਖੋ, ਪੰਜਾਬ ਦੇ ਕਿਸਾਨ ਅੱਜ 2 ਮਹੀਨਿਆਂ ਤੋਂ ਬੈਠੇ ਨੇ, ਕਿਸੇ ਦੀ ਚੀਚੀ ਨੂੰ ਵੀ ਝਰੀਟ ਨਹੀਂ ਆਈ। ਬਿਲਕੁਲ ਪੀਸਫੁਲ ਡੈਮੋਨਸਟ੍ਰੇਸ਼ਨਸ ਰੱਖੀਆਂ ਉਹਨਾਂ ਨੇ, ਭਾਵੇਂ ਕਿਤੇ ਬੈਠੇ ਨੇ। ਇਹ ਇੱਕ ਦਿਨ ਨਿਕਲੇ ਨੇ ਦਲਿਤ ਯਾਤਰਾ ਦੀ ਆੜ ਵਿੱਚ, ਇਹਨਾਂ ਨੇ ਇੱਕ ਕਿਸਮ ਦੇ ਦੰਗੇ ਫੈਲਾਉਣੇ ਸ਼ੁਰੂ ਕਰਤੇ। ਬੀਜੇਪੀ ਪੰਜਾਬ 'ਚ ਪੋਲਰਾਈਜੇਸ਼ਨ ਕਰਨਾ ਚਾਹੁੰਦੀ ਵੋਟ ਨੂੰ, ਜਿੱਦਾਂ ਉਹਨਾਂ ਨੇ ਬਾਕੀ ਸਾਰੇ ਦੇਸ਼ ਵਿੱਚ ਨਾ ਹਿੰਦੂ ਰਾਸ਼ਟਰ ਦੀ ਗੱਲ ਕਰਕੇ, ਰਾਮ ਮੰਦਿਰ ਦੀ ਗੱਲ ਕਰਕੇ, ਜ਼ਾਤ ਤੇ ਧਰਮ ਦੇ ਉੱਤੇ ਜਦੋਂ ਲੋਕਾਂ ਨੂੰ ਪੋਲਰਾਈਜ਼ ਕੀਤਾ, ਉਹਨਾਂ ਨੂੰ ਫਾਇਦਾ ਹੋਇਆ ਸਾਰੇ ਦੇਸ਼ ਵਿੱਚ। ਇੱਕ ਕਿਸਮ ਦਾ ਜਿੱਦਾਂ ਹਿੰਦੂ ਧਰਮ ਨੂੰ ਲੋਕਾਂ ਨੂੰ ਜਜ਼ਬਾਤੀ ਕਰਕੇ ਉਹਨਾਂ ਨੇ ਹਿੰਦੂ ਇਕੱਠਾ ਕੀਤਾ, ਉਹ ਪੰਜਾਬ ਦੇ ਵਿੱਚ ਵੀ ਇਹੀ ਰਣਨੀਤੀ ਅਪਣਾਉਣਾ ਚਾਹੁੰਦੇ ਨੇ। ਪੰਜਾਬ ਦੇ ਵਿੱਚ ਉਹ ਹਿੰਦੂ ਤੇ ਸਿੱਖ ਦੀ ਦਰਾਰ ਪਾਉਣਾ ਚਾਹੁੰਦੇ ਨੇ। ਉਹਨਾਂ ਨੂੰ ਪਤਾ ਵਾ ਕਿ ਜਿੱਦਾਂ ਕੱਲ੍ਹ ਨਵਾਂ ਸ਼ਹਿਰ ਝਗੜਾ ਹੋਇਆ, 1-2-4 ਜਗ੍ਹਾ 'ਤੇ ਹੋਰ ਝਗੜਾ ਹੋਇਆ, ਤਾਂ ਇਹ ਇੱਕ ਕਿਸਮ ਦੇ ਸਿੱਧਾ ਹਿੰਦੂ ਬਨਾਮ ਸਿੱਖ ਲੜਾਈ ਬਣਾਉਣਾ ਚਾਹੁੰਦੇ, ਜਿਹੜੀ ਕਿ ਬਹੁਤ ਖਤਰਨਾਕ ਲੜਾਈ ਖੇਡ ਰਹੇ ਨੇ। ਔਰ ਜਿਹੜਾ JP ਨੱਡੇ ਨੇ ਕੱਲ੍ਹ ਬਿਆਨ ਦਿੱਤਾ ਕਿ ਇਹ ਕਿਸਾਨਾਂ ਦਾ ਸੰਘਰਸ਼ ਨਹੀਂ, ਇਹ ਵਿਚੋਲੀਏ ਨੇ, ਇਹਦੇ ਨਾਲੋਂ ਵੱਡਾ ਮੈਂ ਸਮਝਦਾ ਕਿ ਕੋਝਾ ਮਜ਼ਾਕ ਪੰਜਾਬ ਦੇ ਸ਼ਾਂਤਮਈ ਕਿਸਾਨਾਂ ਦੇ ਨਾਲ ਨਹੀਂ ਕਰ ਸਕਦੇ। ਇਹ ਤਾਂ ਉਹ ਗੱਲ ਹੋ ਗਈ ਕਿ ਅਸੀਂ ਤੁਹਾਡੇ ਤੇ ਜ਼ੁਲਮ ਵੀ ਕਰਨਾ ਵਾ, ਤੁਹਾਡੇ ਨਾਲ ਧੱਕਾ ਵੀ ਕਰਨਾ, ਤੇ ਤੁਹਾਨੂੰ ਰੋਸ ਕਰਨ ਦਾ ਅਧਿਕਾਰ ਵੀ ਨਹੀਂ ਦੇਣਾ। ਇਹ ਉਸ ਗੱਲ 'ਤੇ ਨੀਤੀ 'ਤੇ ਉਤਰੇ ਹੋਏ ਨੇ। ਪਹਿਲਾਂ ਹਰਦੀਪ ਪੁਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਟਿੱਚਰ ਕੀਤੀ ਕਿ ਜੇ ਤਾਂ ਹੁੱਲੜਬਾਜੀ ਕਰ ਰਹੇ ਨੇ। ਹੈਜ਼ ਬੀਜੇਪੀ ਫੋਰਗੋਟਨ ਕਿ ਇਹਨਾਂ ਦਾ ਪਾਸਟ ਕੀ ਹੈ? 2002 'ਚ ਗੁਜਰਾਤ ਦੇ ਦੰਗਿਆਂ 'ਚ ਗੋਧਰਾ
ਕਾਂਡ 'ਚ, ਬੈਸਟ ਬੇਕਰੀ ਕਾਂਡ 'ਚ ਹਜ਼ਾਰਾਂ ਬੇਗੁਨਾਹ ਘੱਟ ਗਿਣਤੀ ਦੇ ਲੋਕਾਂ ਨੂੰ ਕਤਲ ਕਰਤਾ। ਦਿੱਲੀ ਦੇ ਵਿੱਚ ਹੁਣੇ ਦੰਗੇ ਹੋਏ ਨੇ, ਉਹਨੂੰ ਕਹਿੰਦੇ ਨੇ ਹੁੱਲੜਬਾਜੀ। ਜੋ ਪੰਜਾਬ ਦੇ ਕਿਸਾਨ ਕਰ ਰਹੇ ਨੇ ਉਹ ਤਾਂ ਬਿਲਕੁਲ ਆਪਣਾ ਅਧਿਕਾਰ ਮੰਗ ਰਹੇ ਨੇ ਸ਼ਾਂਤਮਈ ਢੰਗ ਨਾਲ। ਇਸ ਲਈ ਬੀਜੇਪੀ ਇਜ਼ ਟਰਾਈਂਗ ਟੂ ਪਲੇ ਅ ਵੈਰੀ ਡੇਂਜਰਸ ਗੇਮ। ਅੱਛਾ, ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਿੰਦੂ ਸਿੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਸਿੱਖ ਦਲਿਤ ਨੂੰ ਵੀ ਇੱਕ ਧਿਰ ਬਣਾ ਕੇ ਜਿਹੜਾ ਉਹ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਉਂਕਿ ਸਾਂਪਲਾ ਸਾਹਿਬ ਦਾ ਵੀ ਇੱਕ ਬਿਆਨ ਹੈ, ਉਹ ਕਹਿੰਦੇ ਜਿਹੜੇ ਲਾਲ ਝੰਡੇ ਲੈ ਕੇ ਮਜ਼ਦੂਰ ਬੈਠਦੇ ਆ ਨਾ ਕਿਸਾਨ ਅੰਦੋਲਨਾਂ ਦੇ ਵਿੱਚ, ਕਿਸਾਨ ਉਹਨਾਂ ਦੇ ਬਾਰੇ ਵੀ ਨਹੀਂ ਕਦੀ ਸੋਚਦੇ। ਦੇਖੋ, ਇਹ ਰਾਈਟਲੀ ਤੁਸੀਂ ਕਿਹਾ ਕਿ ਅਸਲ 'ਚ ਇਸ ਨੂੰ ਇੱਕ ਕੀ ਕਹਿੰਦੇ ਆ, ਇੱਕ ਫਿਰਕਾ ਪ੍ਰਸਤੀ ਦਾ ਰੰਗ ਚੜ੍ਹਾ ਰਹੀ ਹੈ ਬੀਜੇਪੀ। ਔਰ ਦਲਿਤਾਂ ਨੂੰ ਤੇ ਹਿੰਦੂਆਂ ਨੂੰ ਸਿੱਖਾਂ ਦੇ ਨਾਲ ਲੜਾਉਣ ਦੇ ਮਨਸੂਬੇ ਜੇ ਤਿਆਰ ਕਰ ਰਹੀ ਹੈਗੀ ਆ। ਸਿੱਖ ਜਿਹੜੇ ਨੇ ਜਾਂ ਜਦੋਂ ਸਾਡੇ ਗੁਰੂ ਸਾਹਿਬਾਨ ਸਿਖਾ ਕੇ ਗਏ ਨੇ, ਸਾਡਾ ਜਿਹੜਾ ਕੁੱਲ ਟੋਟਲ ਮਨੁੱਖਤਾ ਲਈ ਇਹ ਸਾਰਾ ਨਾਰਾ ਵਾ। ਜਦੋਂ ਵੀ ਅਰਦਾਸ ਹੁੰਦੀ ਆ ਤੇ ਹਰ ਇੱਕ ਗੱਲ ਵਿੱਚ ਪਹਿਲਾਂ ਕਈ ਵਾਰੀ ਸਰਬੱਤ ਦਾ ਭਲਾ ਮੰਗਦੇ ਆ। ਇਸ ਲਈ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਬਹੁਤ ਸੁਲਝੇ ਹੋਏ ਨੇ, ਪਰ ਫਿਰ ਵੀ ਬੀਜੇਪੀ ਇਹ ਕੁਝੀਆਂ ਚਾਲਾਂ ਚੱਲ ਰਹੀ ਆ ਜਿਹੜੀ ਕਿ ਇਹਦੇ ਸਿੱਟੇ ਵੋਟਾਂ ਵਿੱਚ ਤਾਂ ਸ਼ਾਇਦ ਫਾਇਦਾ ਹੋ ਜੇ, ਪਰ ਦੇਸ਼ ਨੂੰ ਬਹੁਤ ਭਾਰੀ ਨੁਕਸਾਨ ਕਰਨਗੇ। ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਖਹਿਰਾ ਸਾਹਿਬ, ਆਪਾਂ ਪਰਤਾਂ ਜਦੋਂ ਫਰੋਲਦੇ ਆ ਨਾ ਤੇ ਕਿੰਨਾ ਕੁਝ ਨਿਕਲ ਕੇ ਸਾਹਮਣੇ ਆਉਂਦਾ। ਤੁਸੀਂ ਕਹਿੰਦੇ ਕਿ ਹਿੰਦੂ ਸਿੱਖ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਵਿੱਚ ਦਲਿਤ ਦਾ ਵੀ ਮੁੱਦਾ ਚੁੱਕ ਲਿਆ ਜਾਂਦਾ। ਪਿਛਲੇ ਦਿਨਾਂ 'ਚ ਬਿਆਨ ਇੱਦਾਂ ਦੇ ਵੀ ਆਇਆ ਸੀ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਹੜੀਆਂ ਖੱਬੇ ਪੱਖੀ ਧਿਰਾਂ ਸਹਿਯੋਗ ਦੇ ਰਹੀਆਂ ਨੇ ਜਾਂ ਖੱਬੇ ਪੱਖੀ ਵਿਚਾਰਧਾਰਾ ਵਾਲੀਆਂ ਕਿਸਾਨ ਜਥੇਬੰਦੀਆਂ ਖੜ੍ਹਦੀਆਂ ਨੇ, ਉਹਨਾਂ ਨੂੰ ਇਹ ਵੀ ਕਹਿ ਦਿੱਤਾ ਗਿਆ ਸੀ ਭਾਜਪਾ ਆਗੂਆਂ ਦੇ ਵੱਲੋਂ, ਇਹ ਤਾਂ ਨਕਸਲੀ ਨੇ ਜਿਹੜੇ ਇਹਨਾਂ ਦੇ ਵਿੱਚ ਸ਼ਾਮਲ ਹੋਏ ਨੇ। ਦੇਖੋ, ਜਦੋਂ ਕੋਈ ਆਪਣੇ ਅਧਿਕਾਰ ਮੰਗ ਰਿਹਾ ਵਾ ਉਹਨੂੰ ਕਦੀ ਨਕਸਲੀ ਬਣਾ ਦਿੰਦੇ ਨੇ। ਜੇ ਕੋਈ ਸਿੱਖਾਂ ਦੀ ਗੱਲ ਕਰੇ, ਪਾਣੀਆਂ ਦੀ ਗੱਲ ਕਰੇ ਪੰਜਾਬ ਦੀ, ਉਹਨੂੰ ਇਹ ਵੱਖਵਾਦੀ ਬਣਾ ਦਿੰਦੇ ਨੇ। ਇਸ ਲਈ ਉਹ ਜੋ ਮਰਜ਼ੀ ਕਹੀ ਜਾਣ, ਪਰ ਇੱਕ ਗੱਲ ਮੈਂ ਕਲੀਅਰ ਕੱਟ ਕਹਿਣਾ ਚਾਹੁੰਦਾ ਵਾਂ ਕਿ ਬੀਜੇਪੀ ਨੂੰ ਪੰਜਾਬ ਦੇ ਜਜ਼ਬਾਤ ਰਿਪੀਟਡਲੀ ਕਨਵੇ ਕੀਤੇ ਆ। ਵਿਧਾਨ ਸਭਾ ਨੇ ਸਾਰੇ ਕਾਨੂੰਨਾਂ ਨੂੰ ਰੱਦ ਕਰਕੇ ਮਤਾ ਪਾਸ ਕਰਕੇ ਅਸੀਂ ਇਹ ਸੁਣਿਆ ਦਿੱਤਾ ਕਿ ਅਸੀਂ ਤੁਹਾਡੇ ਕਾਨੂੰਨ ਸਾਨੂੰ ਪ੍ਰਵਾਨ ਨੇਗੇ। ਇਸ ਲਈ ਜੇ ਤਾਂ ਉਹ ਜਮਹੂਰੀਅਤ ਵਿੱਚ ਵਿਸ਼ਵਾਸ ਰੱਖਦੀ ਬੀਜੇਪੀ, ਤਾਂ ਫਿਰ ਉਹਨਾਂ ਨੂੰ ਪੰਜਾਬ ਦੇ ਨਾਲ ਇਹ ਧੱਕਾ ਨਹੀਂ ਕਰਨਾ ਚਾਹੀਦਾ। ਕਿਉਂਕਿ ਦੇਖੋ, ਪੰਜਾਬ ਨੂੰ 73 ਸਾਲ ਹੋ ਗਏ ਨੇ ਇਸ ਦੇਸ਼ ਲਈ ਹਰ ਕਿਸਮ ਦੀ ਕੁਰਬਾਨੀ ਦਿੰਦੇ। ਪਹਿਲਾਂ ਆਜ਼ਾਦੀ 'ਚ ਦਿੱਤੀ, ਚਲੋ ਪੁਰਾਣੀ ਗੱਲ ਹੋ ਗਈ। ਪਾਕਿਸਤਾਨ ਤੋਂ ਉਜਾੜਾ ਕਰਾ ਕੇ ਪੰਜਾਬ ਨੇ, ਪੰਜਾਬੀਆਂ ਤੇ ਸਿੱਖਾਂ ਨੇ ਭਾਰਤ ਦੀ ਸਪੋਰਟ ਕੀਤੀ, ਫੌਜਾਂ ਵਿੱਚ ਮਦਦ ਕੀਤੀ, ਖੇਡਾਂ ਵਿੱਚ ਮਦਦ ਕੀਤੀ। ਜੇ ਮੈਂ ਇਕੱਲੇ ਕਿਸਾਨੀ ਦੀ ਗੱਲ ਕਰਨਾ ਤਾਂ ਤੁਸੀਂ ਦੇਖੋ ਗ੍ਰੀਨ ਰੈਵੋਲੂਸ਼ਨ, ਜੇ ਗ੍ਰੀਨ ਰੈਵੋਲੂਸ਼ਨ ਸੀਗੀ ਲੋੜ, ਉਹ ਭਾਰਤ ਨੂੰ ਲੋੜ ਸੀ। ਪੰਜਾਬ ਦੇ ਕੋਲ ਤਾਂ ਅਨਾਜ ਇੰਨਾ ਕੁ ਸੀਗਾ ਕਿ ਅਸੀਂ ਆਪਣੇ ਲਈ ਪੈਦਾ ਕਰਦੇ, ਆਪ ਖਪਤ ਕਰ ਲੈਂਦੇ। ਪਰ ਦੇਸ਼ ਦੇ ਅਨਾਜ ਦੇ ਭੰਡਾਰ ਦੇ ਭਰਨ ਨੂੰ ਚੱਕਰ ਵਿੱਚ ਪੰਜਾਬ ਦੀ ਧਰਤੀ, ਪੰਜਾਬ ਦਾ ਜ਼ਮੀਨੀ ਪਾਣੀ, ਪੰਜਾਬ ਦੀ ਆਬੋ ਹਵਾ ਸਭ ਕੁਝ ਤਬਾਹ ਹੋ ਗਿਆ। ਦੇਖੋ, ਅੰਗਰੇਜ਼ ਤੇ ਮੁਗਲ ਜਿਹੜੇ ਹਮਲਾਵਰ ਸੀ ਨਾ, ਉਹਨਾਂ ਨੇ ਸਾਨੂੰ ਜਿਸਮਾਨੀ ਤੌਰ 'ਤੇ ਨੁਕਸਾਨ ਪਹੁੰਚਾਇਆ। ਸਾਡਾ ਖੂਨ ਡੁੱਲਿਆ ਇਸ ਧਰਤੀ 'ਤੇ, ਘੱਲੂਘਾਰੇ ਹੋਏ, ਪਰ ਸਾਡੀ ਧਰਤੀ ਖਰਾਬ ਨਹੀਂ ਸੀ ਹੋਈ, ਸਾਡੇ ਨੈਚੁਰਲ ਰਿਸੋਰਸਿਸ ਖਰਾਬ ਨਹੀਂ ਹੋਏ ਸੀਗੇ। ਇਸ ਦੇਸ਼ ਦੀਆਂ 73 ਸਾਲ ਤੋਂ ਸਰਕਾਰਾਂ ਨੇ ਸਾਡੇ ਨੈਚੁਰਲ ਰਿਸੋਰਸਿਸ ਤਬਾਹ ਕੀਤੇ ਨੇ। ਇੰਨਾ ਖਾਦਾਂ ਪਵਾਤੀਆਂ ਨੇ ਧਰਤੀ 'ਚ, ਇੰਨੀ ਇੱਕ ਕੀੜੇ ਮਾਰ ਦਵਾਈਆਂ ਪਵਾਤੀਆਂ ਨੇ ਕਿ ਸਾਰਾ ਪੰਜਾਬ ਅੱਜ ਕੈਂਸਰ ਦੀ ਮਾਰ ਤੇ ਹੈਪੇਟਾਈਟਸ ਦੀ ਮਾਰ ਵਿੱਚ ਇਸ ਵਕਤ ਫਸਿਆ ਹੋਇਆ ਵਾ। ਤੇ ਅੱਜ ਜਦੋਂ ਭਾਰਤ ਨੂੰ ਅਨਾਜ ਦੀ ਲੋੜ ਨਹੀਂ, ਉਹ ਪੱਲਾ ਝਾੜ ਕੇ ਪੰਜਾਬ ਨੂੰ ਜਿੱਦਾਂ ਕਹਿੰਦੇ ਅੰਗੂਠਾ ਦਿਖਾ ਕੇ ਤੇ ਆਪ ਭੱਜ ਗਏ ਨੇ। ਇਹ ਬਹੁਤ ਮੌਕਾ ਪ੍ਰਸਤੀ ਦੀ ਰਾਜਨੀਤੀ ਆ ਸਾਰੀਆਂ ਕੇਂਦਰ ਸਰਕਾਰਾਂ। ਦੇਖੋ, ਜੇ ਜੋ ਕੁਛ ਅੱਜ ਪੰਜਾਬ ਦੇ ਕਿਸਾਨ ਦੇ ਉੱਤੇ ਬੋਝ ਆ, ਇਹ ਕੋਈ 10-20-15 ਮਹੀਨਿਆਂ ਦਾ ਬੋਝ ਨਹੀਂਗਾ। 1 ਲੱਖ ਕਰੋੜ ਦਾ ਕਰਜ਼ਾ ਤੇ ਕਿਸਾਨਾਂ ਦੀ ਆਤਮ ਹੱਤਿਆ, ਇਹ ਦਰਸਾਉਂਦਾ ਵਾ ਕਿ ਦਿੱਲੀ ਦੀ ਸਰਕਾਰਾਂ ਨੇ ਕਈ ਦਹਾਕਿਆਂ ਤੋਂ ਇਹਨਾਂ ਦੇ ਖਿਲਾਫ ਉਲਟ ਨੀਤੀ ਬਣਾਈ ਆ। ਔਰ ਕਿਸਾਨ ਦੇਖੋ ਕਿੱਡੇ ਭੋਲੇ ਨੇ ਕਿ ਮੋਦੀ ਨੇ ਕਾਨੂੰਨ ਬਣਾਤੇ। ਕਿਸਾਨ ਕਹਿੰਦੇ ਨੇ ਜੀ ਸਾਨੂੰ MSP ਬਹਾਲ ਰਹਿਣ ਦਿਓ। ਉਹ MSP, ਜਿਸ MSP ਨੇ ਕਿਸਾਨਾਂ ਨੂੰ ਆਤਮ ਹੱਤਿਆਵਾਂ ਦਿੱਤੀਆਂ, ਕਿਸਾਨਾਂ ਨੂੰ ਕਰਜ਼ਾ ਦਿੱਤਾ, ਅੱਜ ਕਿਸਾਨ ਨੂੰ ਮੋਦੀ ਨੇ ਇਸ ਚੱਕਰਵਿਊਹ 'ਚ ਪਾਤਾ ਕਿ ਇਹ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀ ਲਾਗੂ ਨਾ ਮੰਗਣ, ਇਹ ਸਾਡੇ ਕੋਲ ਆਪਣੇ ਵੱਧ ਅਧਿਕਾਰ ਨਾ ਮੰਗਣ। ਔਰ ਅੱਜ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੇ ਅੰਕੜਿਆਂ ਅਨੁਸਾਰ ਅਗਰ ਅੱਜ ਕਣਕ ਦੀ ਕੀਮਤ ਆ, ਮੈਂ ਦਵਿੰਦਰ ਸ਼ਰਮਾ ਜਿਹੜੇ ਕਿ ਫਾਰਮ ਸਾਇੰਟਿਸਟ ਨੇ, ਮੈਂ ਅੱਛੀ ਤਰ੍ਹਾਂ ਉਹਨਾਂ ਦੀ ਗੱਲ ਸੁਣਦਾ, ਦੇਖਦਾ, ਪੜ੍ਹਦਾ, ਉਹ ਕਹਿੰਦੇ ਕਿ ਅੱਜ ਅਗਰ MSP ਤੈਅ ਕਰਨੀ ਹੋਵੇ ਸਵਾਮੀਨਾਥਨ ਕਮੇਟੀ ਰਿਪੋਰਟ ਦੀ ਰਿਕਮੈਂਡੇਸ਼ਨ ਦੇ ਫਾਰਮੂਲੇ ਦੇ ਹਿਸਾਬ ਨਾਲ 7000 ਰੁਪਏ ਕੁਇੰਟਲ ਕਣਕ ਦਾ ਰੇਟ ਚਾਹੀਦਾ, ਤੇ ਅਸੀਂ ਬੈਠੇ ਕਿੱਥੇ ਹਾਂ। ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਬੀਜੇਪੀ ਤਾਂ ਉਲਟ ਹੈ ਹੀ ਹੈ, ਪਰ ਪਹਿਲੀਆਂ ਸਰਕਾਰਾਂ ਨੇ ਘੱਟ ਨਹੀਂ ਕੀਤੀ। ਇੱਕ ਜਿੱਦਾਂ ਨਾ ਕੋਈ ਗਿਣੀ ਮਿੱਥੀ ਸਾਜ਼ਿਸ਼, ਇੱਕ ਜਿੱਦਾਂ ਅਨਰਿਟਨ ਪਾਲਿਸੀ ਬਣਾਈ ਹੁੰਦੀ ਪੰਜਾਬ ਦੇ ਖਿਲਾਫ, ਉਹ ਲਾਗੂ ਕੀਤੀ ਜਾ ਰਹੀ ਸਾਡੇ ਖਿਲਾਫ।
ਬੀਜੇਪੀ ਦੀ ਪਾਲਿਸੀ ਦੀ ਗੱਲ ਚੱਲ ਪਈ, ਤੁਸੀਂ ਜ਼ਿਕਰ ਛੇੜਿਆ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ। ਤੁਸੀਂ ਗੱਲ ਕੀਤੀ ਕਿ ਇਕਜੁੱਟਤਾ ਦਾ ਅਸੀਂ ਮੁਜ਼ਾਹਰਾ ਕੀਤਾ ਸੀ, ਦਿਖਾਇਆ ਕਿ ਇਕਜੁੱਟ ਹੋ ਕੇ ਅਸੀਂ ਰਾਜਪਾਲ ਦੇ ਕੋਲ ਗਏ, ਸਾਰੀਆਂ ਪਾਰਟੀਆਂ ਨੇ ਸਹਿਮਤੀ ਦਿੱਤੀ ਹੈ। ਪਰ ਉਸ ਸਹਿਮਤੀ ਤੋਂ ਬਾਅਦ ਜਿਸ ਤਰੀਕੇ ਨਾਲ ਬਾਹਰ ਆਣ ਕੇ ਦੂਸਰੇ ਦਿਨ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਅਕਾਲੀ ਦਲ ਹੈ, ਉਸ ਸਹਿਮਤੀ ਦਾ ਵੀ ਮਜ਼ਾਕ ਉਡਾਉਂਦੇ ਇੱਕ ਤਰੀਕੇ ਨਾਲ ਨਜ਼ਰ ਆਇਆ। ਜਿਨ੍ਹਾਂ ਦੀ ਉੱਤੇ ਸਹਿਮਤੀ ਜਤਾਈ, ਜਿਨ੍ਹਾਂ ਨੂੰ ਲੈ ਕੇ ਰਾਜਪਾਲ ਕੋਲ ਗਏ, ਉਹਨਾਂ ਬਿੱਲਾਂ ਦੇ ਉੱਤੇ ਕਿੰਤੂ ਪਰੰਤੂ ਉਹਨਾਂ ਦੇ ਵੱਲੋਂ ਸ਼ੁਰੂ ਹੋ ਗਿਆ। ਹਾਲਾਂਕਿ ਖਾਮੀਆਂ ਹੋਣਗੀਆਂ, ਕਬੂਲ ਕੀਤੀਆਂ ਜਾ ਸਕਦੀਆਂ, ਪਰ ਇੱਕ ਦਿਨ ਦੇ ਵਿੱਚ ਇੱਕ ਸੁਰਤਾ ਜਿਹੜੀ ਕੇਂਦਰ ਨੂੰ ਸੁਨੇਹਾ ਦਿੱਤਾ ਸੀ, ਦੂਜੇ ਦਿਨ ਦੇ ਵਿੱਚ ਉਹਨੂੰ ਭੁਲਾ ਦਿੱਤਾ ਗਿਆ। ਬਹੁਤ ਹਾਸੋਹੀਣੀ ਜੀ ਸਿਚੁਏਸ਼ਨ ਪੈਦਾ ਕਰ ਰਹੀ ਆਪੋਜੀਸ਼ਨ ਪਾਰਟੀਜ਼। ਜਸਵੀਰ ਜੀ, ਮੈਂ ਅੰਦਰ ਗਵਾਹ ਸੀਗਾ, ਐਮਐਲਏ, ਮੈਨੂੰ ਮੌਕਾ ਵੀ ਮਿਲਿਆ ਬੋਲਣ ਦਾ, ਮੈਂ ਆਪਣੇ ਪੱਖ ਵੀ ਰੱਖਿਆ। ਸਾਰੇ ਮੈਂਬਰਸ ਨੂੰ, ਆਮ ਆਦਮੀ ਪਾਰਟੀ ਦੇ ਹੁਣ 12 ਐਮਐਲਏ ਨੇ, ਇਹਨਾਂ 'ਚੋਂ ਮੈਨੂੰ ਲੱਗਦਾ 7 ਕਿ 8 ਨੂੰ ਟਾਈਮ ਦਿੱਤਾ ਸਪੀਕਰ ਨੇ। ਅਕਾਲੀ ਜਿਹੜੇ ਨੇ 14 ਕੁ ਨੇ, ਉਹਨਾਂ 'ਚੋਂ 6 ਕਿ 7 ਬੁਲਾਰਿਆਂ ਨੂੰ ਟਾਈਮ ਦਿੱਤਾ। ਇਹਨਾਂ ਸਾਰੇ ਬੁਲਾਰਿਆਂ ਨੇ ਕਿਤੇ ਵੀ ਜਿਹੜੇ 3 ਕਾਨੂੰਨ ਸੀਗੇ ਉਹਦੇ 'ਚ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਕੋਈ ਨੁਕਸ ਕੱਢ ਕੇ ਤੇ ਕੋਈ ਕਿਹਾ ਹੋਵੇ ਕਿ ਜੀ ਤੁਸੀਂ ਆਹ ਗੱਲ ਸੁਧਾਰ ਕਰੋ, ਨਹੀਂ ਤਾਂ ਅਸੀਂ ਵਾਕਆਊਟ ਕਰਨ ਲੱਗੇ ਹਾਂ। ਨਰਮ ਜਾਂ ਵਿਰੋਧ ਉੱਦਾਂ ਬਹੁਤੀ ਜ਼ਿਆਦਾ ਤਾਂ ਇਹਨਾਂ ਨੇ ਸਹਿਮਤੀ ਜਤਾਈ। ਸ਼ੁਰੂ 'ਚ ਕਹਿੰਦੇ ਸੀਗੇ ਕਿ ਅਸੀਂ ਖੜੇ ਹੋਏ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਡੇ ਮਤੇ ਦੀ ਸਪੋਰਟ ਕਰਨ ਲਈ, ਤੁਹਾਡੇ ਕਾਨੂੰਨ ਦੇ ਸਪੋਰਟ ਕਰਨ ਲਈ। ਪਰ ਇਹਦੇ ਵਿੱਚ ਜਿੱਦਾਂ ਐਮਐਸਪੀ ਦੀ ਗੱਲ ਥੋੜ੍ਹਾ ਬਹੁਤਾ ਜ਼ਿਕਰ ਕੀਤਾ, ਪਰ ਕਿਸੇ ਨੇ ਵੀ ਜੇ ਇਹਨਾਂ ਨੂੰ ਫਰਜ਼ ਕਰੋ ਕਾਨੂੰਨ ਠੀਕ ਨਹੀਂ ਸੀ ਲੱਗਦੇ ਅੰਦਰ ਬਣਾਏ, ਤਾਂ ਇਹ ਬਾਹਰ ਵਾਕਆਊਟ ਕਰਕੇ ਮੀਡੀਆ ਨੂੰ ਉਸੇ ਵੇਲੇ ਦੱਸ ਦੇਣਾ ਆਣ ਕੇ। ਜਿਹੜਾ ਹੁਣ ਇਹ ਐਜ਼ ਐਨ ਆਫਟਰ ਥਾਟ ਭਗਵੰਤ ਮਾਨ ਜਾਂ ਵਿਕਰਮ ਮਜੀਠੀਆ ਬੋਲ ਰਹੇ ਨੇ, ਇਹ ਮੈਂ ਸਮਝਦਾ ਕਿ ਸਰਾਸਰ ਝੂਠ ਬੋਲ ਰਹੇ ਨੇ। ਇਹਨੂੰ ਡਬਲ ਸਪੀਕ ਕਹਿੰਦੇ ਨੇ, ਇਹਨੂੰ ਪੋਲੀਟਿਕਸ ਵਿੱਚ ਹਿਪੋਕ੍ਰੇਸੀ ਕਹਿੰਦੇ ਨੇ। ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਇਸ ਕਰਕੇ ਇਹਨਾਂ ਨੂੰ ਜਿਹੜਾ ਹੈ ਇਹ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ। ਔਰ ਇੱਥੇ ਹੀ ਬਸ ਨਹੀਂ, ਮੈਂ ਤਾਂ ਗਿਆ ਨਹੀਂ, ਮੈਨੂੰ ਪਤਾ ਸੀਗਾ ਕਿ ਮੈਂ ਹਲੇ ਕਿਸਾਨਾਂ ਦਾ ਗੱਲ ਪੱਖ ਰੱਖਣਾ। ਇਹ ਅਕਾਲੀ ਤੇ ਝਾੜੂ ਵਾਲੇ ਨੱਠੇ ਅਮਰਿੰਦਰ ਸਿੰਘ ਨਾਲ ਗਵਰਨਰ ਤੱਕ ਵੀ ਗਏ ਨੇ। ਇਹਨਾਂ ਦੀਆਂ ਫੋਟੋਆਂ ਨੇ, ਲੀਡਰ ਆਫ ਆਪੋਜੀਸ਼ਨ ਦਾ ਸਾਈਨ ਬਣਿਆ, ਵਿਕਟਰੀ ਸਾਈਨ, ਕਿ ਬਹੁਤ ਵੱਡਾ ਕੰਮ ਅਸੀਂ ਫਤਿਹ ਕਰਤਾ। ਤੇ ਬਾਅਦ 'ਚ ਹੁਣ ਅਗਲੇ ਦਿਨ ਰੋਂਦੇ ਕਿਉਂ ਨੇ? ਤੇ ਫਿਰ ਕਹਿੰਦੇ ਨੇ ਸਾਡੇ ਨਾਲ ਧੋਖਾ ਕੀਤਾ ਜੀ, ਸਾਨੂੰ ਮੂਰਖ ਬਣਾਇਆ। ਲੋਕਾਂ ਨੂੰ ਮੂਰਖ ਨਹੀਂ ਬਣਾਇਆ। ਪਹਿਲਾਂ ਤਾਂ ਮੂਰਖ ਇਹਨਾਂ ਦੇ ਐਮਐਲਏ ਨੇ ਜਿਹੜੇ ਅੰਦਰ ਬੈਠੇ ਉਹਨਾਂ ਕਾਨੂੰਨਾਂ ਤੇ ਚੰਗੀ ਤਰ੍ਹਾਂ ਨਜ਼ਰਸਾਨੀ ਨਹੀਂ ਕਰ ਸਕੇ, ਪੜ੍ਹ ਨਹੀਂ ਸਕੇ, ਦੇਖ ਨਹੀਂ ਸਕੇ, ਸਮਝ ਨਹੀਂ ਸਕੇ। ਉਹ ਇਹ ਗੱਲ ਰੱਖਦੇ ਆ, ਉਹ ਕਹਿੰਦੇ ਸੰਵਿਧਾਨਕ ਤੌਰ ਤੇ ਇਹ ਬਿੱਲ ਜਿਹੜੇ ਆ ਸਾਨੂੰ ਪਹਿਲਾਂ ਮਿਲਣੇ ਚਾਹੀਦੇ ਸੀ ਤਾਂ ਕਿ ਅਸੀਂ ਪੜ੍ਹਦੇ ਤੇ ਫਿਰ ਚਰਚਾ ਹੁੰਦੀ ਵਿਧਾਨ ਸਭਾ ਦੇ ਵਿੱਚ। ਉਹ ਕਹਿੰਦੇ ਬਿੱਲ ਤਾਂ ਸਾਨੂੰ ਉਸ ਵੇਲੇ ਕਾਪੀਆਂ ਰੱਖੀਆਂ ਗਈਆਂ ਜਦੋਂ ਅੰਦਰ ਜਾ ਕੇ ਬੈਠਣਾ ਸੀਗਾ, ਮੁੱਖ ਮੰਤਰੀ ਦਾ ਭਾਸ਼ਣ ਸ਼ੁਰੂ ਹੋਣਾ ਸੀ, ਤੇ ਅਸੀਂ ਉਹਦੇ ਵਿੱਚ ਮੀਨ ਮੇਖ ਕਿੱਦਾਂ ਕੱਢ ਲੈਂਦੇ। ਆਮ ਆਦਮੀ ਪਾਰਟੀ ਨੇ ਇੱਕ ਰਾਤ ਪੂਰੀ ਸੁੱਤੀ ਨਹੀਂ ਸੀ ਉੱਥੇ ਸੋਫਿਆਂ ਦੇ ਉੱਤੇ ਜੀ, ਤੇ ਉਹਨਾਂ ਨੇ ਕਿਹੜਾ ਇਹਨਾਂ ਨੂੰ ਬਿੱਲ ਦੇ ਦਿੱਤੇ ਸੀਗੇ। ਜਿੱਦਣ ਸੈਸ਼ਨ ਸੀ ਬੜੇ ਸੋਹਣੇ ਘਰੋਂ ਜਾ ਕੇ ਤਿਆਰ ਹੋ ਕੇ ਮੂੰਹ ਤਾਂ ਨਹਾ ਧੋ ਕੇ ਤੇ ਮੁੜ ਕੇ ਆਣ ਕੇ ਸਾਡੇ ਨਾਲ ਫੇਰ ਬਹਿ ਗਏ ਇੱਥੇ। ਜਾਂ ਤਾਂ ਫਿਰ ਅੜੇ ਰਹਿੰਦੇ ਕਿ ਜਦ ਤੱਕ ਬਿੱਲ ਨਹੀਂ ਦਿੰਦੇ ਤੇ ਸਾਨੂੰ ਇੱਕ ਦਿਨ ਦਾ ਵਕਫਾ ਨਹੀਂ ਦਿੰਦੇ, ਅਸੀਂ ਇਹ ਸੈਸ਼ਨ ਵਿੱਚ ਪਾਰਟਿਸਿਪੇਟ ਨਹੀਂ ਕਰਾਂਗੇ। ਪਾਰਟਿਸਿਪੇਟ ਵੀ ਕਰ ਲਿਆ, ਮਤਿਆਂ ਦੀ ਸਪੋਰਟ ਵੀ ਕਰਤੀ, ਗਵਰਨਰ ਸਾਹਿਬ ਕੋ ਵੀ ਚਲੇ ਗਏ। ਹੁਣ ਕਿਹੜੇ ਮੂੰਹ ਦੇ ਨਾਲ ਇਹ ਗੱਲਾਂ ਕਰ ਰਹੇ ਨੇ ਯਾਰ? ਇਸ ਕਰਕੇ ਇਹ ਜਿਹੜਾ ਡਿਵੀਜ਼ਨ ਦਾ ਸੁਣਿਆ ਵੀ ਦੇ ਰਹੇ, ਇਹ ਵੀ ਉਲਟ ਜਾਂਦਾ। ਮੰਨ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਲੌਜ਼ ਇਹ ਕੋਈ ਬਹੁਤ ਸਾਰਥਕ ਸਾਬਤ ਨਹੀਂ ਹੋਣਗੇ, ਮੰਨ ਲਿਆ ਆਪਾਂ, ਪਰ ਘੱਟੋ ਘੱਟ ਇਹ ਸੁਣਿਆ ਤਾਂ ਦਿੱਤਾ ਨਾ ਪੰਜਾਬ ਦੀ ਵਿਧਾਨ ਸਭਾ ਨੇ ਕਿ ਅਸੀਂ ਦਿੱਲੀ ਦੇ ਤਖਤ ਦੇ ਦਿੱਤੇ ਹੋਏ ਗੈਰ ਵਾਜਬ ਕਿਸਾਨ ਵਿਰੋਧੀ ਫੈਸਲਿਆਂ ਦਾ ਡਟ ਕੇ ਵਿਰੋਧ ਕਰਾਂਗੇ। ਹੁਣ ਉਹਨੂੰ ਵੀ ਖੋਰਾ ਲਾਈ ਜਾਂਦੇ ਨੇ। ਇਸ ਕਰਕੇ ਇਹ ਤਾਂ ਹੁਣ ਮੈਂ ਕੀ ਕਹਿ ਸਕਦਾ ਕਿ ਜਿੱਦਾਂ ਹਿੱਲੇ ਜਿਹੇ ਹੋਏ ਹੁੰਦੇ ਨੇ। ਔਰ ਆਮ ਆਦਮੀ ਪਾਰਟੀ ਕਹਿੰਦੀ ਜੀ ਮਿਨੀਮਮ ਸਪੋਰਟ ਪ੍ਰਾਈਸ ਯਕੀਨੀ ਬਣਾਵੇ ਕੈਪਟਨ ਅਮਰਿੰਦਰ ਸਿੰਘ। ਜਸਵੀਰ ਜੀ, ਇਹਨਾਂ ਨੂੰ ਪਤਾ ਨਹੀਂਗਾ ਕਿ ਕਣਕ ਤੇ ਝੋਨਾ ਹਰ ਸਾਲ ਚੁੱਕਣ ਵਾਸਤੇ, ਦੋਨਾਂ ਫਸਲਾਂ ਚੁੱਕਣ ਵਾਸਤੇ ਪੰਜਾਬ ਸਰਕਾਰ ਨੂੰ 65,000 ਕਰੋੜ ਰੁਪਏ ਦੀ ਲੋੜ ਹੈ। ਔਰ 65,000 ਕਰੋੜ ਰੁਪਇਆ ਆਉਂਦਾ ਕਿੱਥੋਂ ਆ? ਜਿਹੜੀ ਕੇਂਦਰ ਸਾਨੂੰ ਕੈਸ਼ ਕ੍ਰੈਡਿਟ ਲਿਮਿਟ ਦਿੰਦੀ, CCL ਹਰ ਸਾਲ ਦਿੰਦੀ ਆ। ਇਹ ਜਿਹੜੀ ਪ੍ਰੋਕਿਉਰਮੈਂਟ ਹੁੰਦੀ ਆ, ਜੇ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ, ਇਹ ਪ੍ਰੋਕਿਉਰਮੈਂਟ ਅਸੀਂ ਆਪਣੇ ਲਈ ਨਹੀਂ ਕਰਦੇ, ਇਹ ਗਵਰਨਮੈਂਟ ਆਫ ਇੰਡੀਆ ਲਈ ਪ੍ਰੋਕਿਉਰ ਕਰਦੇ ਆ। ਤੇ ਅਲਟੀਮੇਟਲੀ ਸਾਰਾ ਅਨਾਜ ਦੇਸ਼ ਦੇ ਗੋਦਾਮਾਂ ਵਿੱਚ ਸ਼ਿਫਟ ਕੀਤਾ ਜਾਂਦਾ ਥਰੂ ਰੇਲ ਲਾਈਨਸ। ਤੇ ਇਹ ਕਹਿੰਦੇ ਨੇ ਜੀ ਤੁਸੀਂ MSP ਕੋਲੋਂ ਦਿਓ। ਜਿਹੜੀ ਸਟੇਟ 3.25 ਲੱਖ ਕਰੋੜ ਦੀ ਕਰਜ਼ਈ ਆ, ਜਿਹਦੇ ਸਕੂਲ ਢੱਠੇ ਪਏ ਨੇ, ਜਿਹਦੇ ਹਸਪਤਾਲ ਢੱਠੇ ਪਏ ਨੇ, ਜਿਹਦੇ ਬੱਚੇ ਬੇਰੁਜ਼ਗਾਰ ਤੇ ਵਿਦੇਸ਼ਾਂ ਨੂੰ ਭੱਜ ਗਏ ਨੇ, ਜੇ ਸਟੇਟ ਦੇ ਉੱਤੇ 1 ਲੱਖ ਕਰੋੜ ਦਾ ਕਰਜ਼ਾ ਕਿਸਾਨਾਂ ਤੇ ਆ, ਤੇ ਜਿਹੜੀ ਸਟੇਟ ਦਾ ਕੁੱਲ ਟੋਟਲ ਬਜਟ ਇੱਕ ਸਾਲ ਦਾ 1.5 ਲੱਖ ਕਰੋੜ ਰੁਪਈਆ, ਇਹ ਕਹਿੰਦੇ ਨੇ 65,000 ਕਰੋੜ ਦਾ ਤੁਸੀਂ ਕਣਕ ਤੇ ਝੋਨਾ ਅਮਰਿੰਦਰ ਸਿੰਘ ਖਰੀਦੇ। ਇਜ਼ ਇਟ ਪੋਸੀਬਲ? ਮੈਂ ਕਿਸੇ ਦਾ ਮੁਦਈ ਨਹੀਂਗਾ, ਪਰ ਗੱਲ ਤਾਂ ਘੱਟੋ ਘੱਟ ਉਹ ਕਰੀਏ ਜਿਹੜੀ ਕੋਈ ਵਾਜਬ ਹੋਵੇ। ਜੇ ਤੁਸੀਂ ਹਵਾ 'ਚ ਹੀ ਤੀਰ ਮਾਰਨੇ ਤਾਂ ਮਾਰੀ ਚਲੋ, ਝੂਠ ਬੋਲਣਾ ਤਾਂ ਬੋਲੀ ਚਲੋ। ਇਹ ਹੁਣ ਸਰਾਸਰ ਦੋਗਲੀ ਰਾਜਨੀਤੀ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ ਜੀ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ MSP ਜਿਹੜੀ ਆ ਉਹ ਸੂਬਾ ਸਰਕਾਰ ਦੇਵੇ, ਉਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ।
ਅਕਾਲੀ ਦਲ ਦੇ ਵੱਲੋਂ ਵੀ ਇੱਕ ਮੰਗ ਉਠਾਈ ਜਾ ਰਹੀ ਹੈ ਕਿ ਪੂਰੇ ਪੰਜਾਬ ਨੂੰ ਇੱਕ ਮੰਡੀ ਘੋਸ਼ਿਤ ਕਰ ਦਿੱਤਾ ਜਾਵੇ ਤਾਂ ਕਿ ਜਿੱਥੋਂ ਮਰਜ਼ੀ ਕੋਈ ਵਪਾਰੀ ਖਰੀਦੇ ਕਣਕ ਜਾਂ ਝੋਨਾ ਉਹਨੂੰ ਉਹ MSP ਦੇਣਾ ਹੀ ਪਵੇ, ਟੈਕਸ ਦੇਣਾ ਹੀ ਪਵੇ। ਇਹਨੂੰ ਲੈ ਕੇ ਤਾਂ ਸੁਖਬੀਰ ਬਾਦਲ ਦਾ ਬਿਆਨ ਵੀ ਆ ਗਿਆ ਕੱਲ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ। ਉਹ ਕਹਿੰਦੇ ਜੇ ਅਕਾਲੀ ਦਲ ਦੀ ਸਰਕਾਰ ਆਈ ਤੇ ਪਹਿਲੇ ਦਿਨ ਹੀ ਅਸੀਂ ਇਹ ਕੰਮ ਕਰ ਦੇਣਾ। ਪਹਿਲੀ ਗੱਲ ਤਾਂ ਇਹ ਪੰਜਾਬ ਦੀ ਵਿਧਾਨ ਸਭਾ ਵਿੱਚ ਜਿਹੜੇ MLA ਬੈਠੇ ਸੀ ਅਕਾਲੀਆਂ ਦੇ, ਇਹ ਮੂਰਖ ਸੀਗੇ, ਇਹਨਾਂ ਨੂੰ ਕੁਝ ਨਹੀਂ ਸੁੱਝਿਆ। ਇਹ ਜਿਹੜਾ ਸਾਰੀ ਪੰਜਾਬ ਨੂੰ ਮੰਡੀ ਬਣਾਈ ਜਾਵੇ ਤਾਂ ਅਕਾਲੀ ਦਲ ਪਿਛਲੇ ਮਹੀਨੇ ਦਾ ਰੌਲਾ ਪਾ ਰਿਹਾ ਵਾ, ਅੰਦਰ ਤਾਂ ਬੋਲੇ ਨਹੀਂ ਗਏ ਉਹ ਜੀ। ਅੰਦਰ ਕਿਸੇ ਮਾੜਾ ਮੋਟਾ ਵਰਣਨ ਕਰ ਦੇਣਾ ਗੱਲ ਹੋਰ ਆ। ਇੱਕ ਗੱਲ ਹੁੰਦੀ ਆ ਕਿ ਜੇ ਅਸੀਂ ਅਗਲਾ ਕਲੌਜ਼ ਨਹੀਂ ਪੜਨ ਦਿਆਂਗੇ ਜਦ ਤੱਕ ਤੁਸੀਂ ਸਾਡੀ ਆਹ ਗੱਲ ਨਹੀਂ ਮੰਨਦੇ। ਔਰ ਜਿਹੜਾ ਇਹ ਕਹਿੰਦੇ ਨੇ ਕਿ ਸਾਰੀ ਪੰਜਾਬ ਨੂੰ ਮੰਡੀ ਡਿਕਲੇਅਰ ਕਰ ਦਿਓ, ਕੱਲ ਨੂੰ ਫਰਜ਼ ਕਰੋ ਕੋਈ ਕਿਸਾਨ ਆਪਣੇ ਘਰ ਵਿੱਚ ਵੀ ਕੋਈ ਵਪਾਰ ਕਰੂਗਾ ਕੋਈ ਚੀਜ਼, ਉਹਨੂੰ ਵੀ ਟੈਕਸ ਦੇਣਾ ਪਵੇਗਾ। ਯਾਦ ਰੱਖੇ ਚੰਗੀ ਤਰ੍ਹਾਂ ਨਾਲ, ਜਿਹੜਾ ਅਕਸਰ ਜੇ ਸਾਰੀ ਸਟੇਟ ਹੁਣ ਅਸੀਂ ਮੰਡੀ ਵਿੱਚ ਜਾਂਦੇ ਹਾਂ ਤਾਂ ਉਸ ਦਾਇਰੇ ਦੇ ਵਿੱਚ ਫਸਲ ਵਿਕਦੀ ਆ, ਉਸ ਦੇ ਉੱਤੇ ਕੇਂਦਰ ਦੀ ਸਰਕਾਰ ਕੋਈ ਆਪਣਾ ਜਿਹੜਾ ਮਾਰਕੀਟ ਕਮੇਟੀ ਫੀਸ ਤੇ ਰੂਰਲ ਡਿਵੈਲਪਮੈਂਟ ਫੀਸ, ਜੇ ਸਾਰੀ ਸਟੇਟ ਨੂੰ ਮੰਡੀ ਬਣਾ ਦਾਂਗੇ, ਘਰੋਂ ਕੋਈ ਚੀਜ਼ ਵੇਚੂਗਾ ਉਹਨੂੰ ਆਪਣਾ ਇੱਥੋਂ ਟੈਕਸ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਉਹਨਾਂ ਦੀਆਂ ਕੋਈ ਉਹਦੇ ਵਿੱਚ ਦਮ ਨਹੀਂਗਾ। ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਵਾਂ, ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵਾਂ ਕਿ ਮੰਨ ਲਿਆ ਕਿ ਇਹ ਕਾਨੂੰਨਾਂ ਦੇ ਵਿੱਚ ਕੋਈ ਜ਼ੋਰ ਨਹੀਂਗਾ। ਦੇਖੋ ਤੁਸੀਂ ਇੱਕ ਗੱਲ ਮੈਨੂੰ ਸਾਦੀ ਜੀ ਸਮਝਾਓ, ਜਦ ਲੋਕ ਸਭਾ ਨੇ ਕਾਨੂੰਨ ਪਾਸ ਕਰਤਾ, ਰਾਜ ਸਭਾ ਨੇ ਕਰਤਾ, ਰਾਸ਼ਟਰਪਤੀ ਨੇ ਸਾਈਨ ਕਰਤੇ, ਤੇ ਪੰਜਾਬ ਦੀ ਵਿਧਾਨ ਸਭਾ ਕਿੱਡਾ ਕਾਨੂੰਨਾਂ ਦੇ ਉਲਟ ਬਣਾ ਸਕਦੀ? ਕੱਲ ਨੂੰ ਫਰਜ਼ ਕਰੋ ਪੰਜਾਬ ਦੀ ਵਿਧਾਨ ਸਭਾ ਕੋਈ ਕਾਨੂੰਨ ਬਣਾਵੇ ਤੇ ਇੱਕ ਪਿੰਡ ਦੀ ਪੰਚਾਇਤ ਉੱਠ ਕੇ ਕਹੇ ਕਿ ਤੁਹਾਡੇ ਕਾਨੂੰਨ ਨੂੰ ਅਸੀਂ ਨਹੀਂ ਮੰਨਦੇ। ਇਜ਼ ਇਟ ਪੋਸੀਬਲ? ਇਹ ਜਿਹੜਾ ਜੋ ਕੁਝ ਵਿਧਾਨ ਸਭਾ ਵਿੱਚ ਹੋਇਆ ਨਾ, ਉਹਦਾ ਇੱਕ ਸੁਣਿਆ ਗਿਆ ਵਾ ਦੇਸ਼ ਭਰ ਵਿੱਚ ਕਿ ਇੱਕ ਸਟੇਟ ਨੇ ਦਿੱਲੀ ਦੇ ਤਖਤ ਦੇ ਖਿਲਾਫ ਬਗਾਵਤ ਦਾ ਝੰਡਾ ਚੱਕ ਦਿੱਤਾ। ਹੁਣ ਬਾਕੀ ਸਟੇਟਾਂ ਘੱਟੋ ਘੱਟ ਜਿਹੜੀਆਂ ਨਾਨ BJP ਰੂਲਡ ਸਟੇਟਸ ਆ, ਉਹਨਾਂ ਸਭ ਨੂੰ ਆਪਣੀ ਆਪਣੀ ਸਟੇਟ ਵਿੱਚ ਜ਼ਿਆਦਾ ਨਹੀਂ ਤਾਂ ਮਤਾ ਹੀ ਪਾਸ ਕਰ ਦੇਣ ਕਿ ਮੋਦੀ ਦੇ ਵੱਲੋਂ ਕੀਤੇ ਗਏ ਤਿੰਨੇ ਹੀ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਅਸੀਂ ਰਿਜੈਕਟ ਕਰਦੇ। ਲਓ ਕੇਜਰੀਵਾਲ ਨੂੰ ਕਹੇ ਦਿੱਲੀ ਕਰਕੇ ਦਿਖਾਵੇ, ਤਾਂ ਜਿਹੜਾ ਰੋਜ਼ ਸ਼ੋਰ ਮਚਾਉਂਦੇ ਨੇ, ਜਿਹੜੇ ਰੋਜ਼ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਹਮੈਤੀ ਹਾਂ ਜੀ, ਅਸੀਂ ਪੰਜਾਬੀਆਂ ਦੇ ਹਮੈਤੀ, ਉਹਨੂੰ ਕਹੇ ਕਰੇ। ਦਿੱਲੀ ਦੀ ਵਿਧਾਨ ਸਭਾ ਹੈਗੀ ਨਾ ਉਹਦੇ ਕੋਲ, ਦਿੱਲੀ ਵਿੱਚ ਕਿਸਾਨ ਵੀ ਨੇ, ਦਿੱਲੀ ਵਿੱਚ ਰਕਬਾ ਵੀ ਆ। ਇਹ ਕਹਿੰਦੇ ਨੇ ਕਿ ਅਸੀਂ ਇੰਨਾ ਮੁਆਵਜ਼ਾ ਦਿੱਤਾ ਜੀ ਖਰਾਬੇ ਦਾ, ਅਸੀਂ ਕਣਕ ਦਾ ਭਾਅ 2600 ਰੁਪਈਆ ਦੇ ਰਹੇ ਹਾਂ। ਇਹਨਾਂ ਕੋਲ ਦਿੱਲੀ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕਰਨ, ਜਿੱਦਾਂ ਪੰਜਾਬ ਦੀ ਵਿਧਾਨ ਸਭਾ ਨੇ ਮਤਾ ਪਾਸ ਕੀਤਾ, ਔਰ ਮੋਦੀ ਦਾ ਵਿਰੋਧ ਕਰਨ। ਇਹ ਸਾਰਾ ਜਿਹੜਾ ਹੈ ਨਾ ਜੀ ਪੋਲੀਟਿਕਸ ਹੈ ਇਸ ਵਕਤ, ਉਹ ਮੈਂ ਕੀ ਕਹਿੰਦਾ ਖਾਸ ਤੌਰ 'ਤੇ ਆ ਜਿਹੜੀ ਆਮ ਆਦਮੀ ਪਾਰਟੀ ਦੇਖ ਰਿਹਾ, ਇਹ ਨਾ ਥੀਏਟਰਿਕਸ ਦੀ ਪੋਲੀਟਿਕਸ ਹੈ ਕਿ ਕਿਸੇ ਤਰੀਕੇ ਨਾਲ ਸਵੇਰੇ ਸਾਡੀ ਫੋਟੋ ਛਪਣੀ ਚਾਹੀਦੀ ਹੈ, ਕਿਸੇ ਤਰੀਕੇ ਨਾਲ TV ਦੇ ਉੱਤੇ ਸਾਨੂੰ ਸਾਡੀ ਖਬਰ ਆਉਣੀ ਚਾਹੀਦੀ ਹੈ। ਬਸ ਇਸ ਚੱਕਰ 'ਚ ਹੀ ਆ ਇਹਨਾਂ ਦਾ ਅੱਜ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਕਿ ਮਾਝੇ ਤੇ ਦੁਆਬੇ ਵਿੱਚ ਇਹ ਜ਼ੀਰੋ ਬਰਾਬਰ ਹੈ ਪਾਰਟੀ। ਮਾਲਵੇ ਦੇ ਵੀ ਇੱਕ ਛੋਟੇ ਹਿੱਸੇ ਵਿੱਚ, ਸਾਰਾ ਆਨੰਦਪੁਰ ਸਾਹਿਬ ਤੋਂ ਚੱਲ ਕੇ ਸਾਰੀ ਰੋਪੜ ਦੀ ਬੈਲਟ ਤੋਂ ਚੱਲ ਕੇ ਪਟਿਆਲੇ ਤੱਕ ਦੇ ਹੈਵ ਨਥਿੰਗ ਐਟ ਆਲ। ਪੰਜਾਬ ਬਾਕੀ ਰੈਸਟ ਆਫ ਪੰਜਾਬ ਦੇ ਹੈਵ ਨਥਿੰਗ। ਥੀਏਟਰਿਕਸ ਆ, ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਪਾਤੇ, ਰੋਜ਼ ਤਕਰੀਰਾਂ ਕਰਤੀਆਂ, ਸੋਸ਼ਲ ਮੀਡੀਆ ਦੀ ਪਾਰਟੀ ਬਣ ਕੇ ਰਹੇਗੀ। ਤੇ ਜਿਹੜੇ ਅਕਾਲੀ ਨੇ ਉਹ ਤਾਂ ਕਾਰਪੋਰੇਟ ਨੇ। ਅੱਜ ਅਕਾਲੀ ਦਲ ਪੁਰਾਣਾ ਅਕਾਲੀ ਦਲ ਨਹੀਂਗਾ ਜਿਹੜਾ ਜੁਰਤ ਰੱਖਦਾ ਸੀਗਾ ਬਗਾਵਤ ਕਰਨ ਦਾ। ਜਿਹੜਾ ਸੁਖਬੀਰ ਸਿੰਘ ਬਾਦਲ ਨੇ ਉਹ ਮਾਰਚ ਕੱਢਿਆ ਸੀ, ਉਹ ਕਾਰਪੋਰੇਟ ਮਾਰਚ ਸੀਗਾ। ਲੈਂਡ ਕਰੂਜ਼ਰ ਗੱਡੀਆਂ 1.5 ਕਰੋੜ ਦੀ ਗੱਡੀਆਂ ਦੇ ਉੱਤੇ ਚੜ੍ਹ ਕੇ ਅਕਾਲੀ ਜਾ ਰਹੇ ਨੇ ਚੰਡੀਗੜ੍ਹ ਗਵਰਨਰ ਨੂੰ ਮਿਲਣ ਵਾਸਤੇ। ਇਸ ਲਈ ਅਕਾਲੀ ਦਲ ਆਪਣੇ ਮੁੱਦਿਆਂ ਤੋਂ ਬਹੁਤ ਬੁਰੀ ਤਰ੍ਹਾਂ ਭਟਕ ਚੁੱਕਾ ਵਾ। ਦੇ ਡੂ ਨਾਟ ਰਿਅਲਾਈਜ਼ ਕਿ ਅਕਾਲੀ ਦਲ ਦੀ ਉਹ ਜਿਹੜੀ ਪੁਰਾਣੀ ਦਿੱਖ ਤੇ ਸੋਚ ਸੀਗੀ ਉਹ ਗਾਇਬ। ਲਓ ਸੁਖਬੀਰ ਸਿੰਘ ਬਾਦਲ ਨੇ, ਮੈਂ ਕੱਲ ਵੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ, ਇਹਨੂੰ ਨਾ ਕਾਨੂੰਨ ਨਹੀਂ ਕਹਿਣਾ ਆਉਂਦਾ ਪੰਜਾਬੀ 'ਚ, ਇਹ ਕਾਨੂੰਨ ਕਹਿੰਦਾ ਵਾ। ਮੋਦੀ ਸਾਹਿਬ ਨੇ ਜਿਹੜੇ ਕਾਨੂੰਨ ਬਣਾਤੇ ਮੇਰੇ ਖਿਆਲ 100 ਵਾਰੀ ਵਰਡ ਯੂਜ਼ ਕੀਤਾ। ਕਾਨੂੰਨ ਇਜ਼ ਅ ਹਿੰਦੀ ਵਰਡ। ਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਨੂੰ ਪੰਜਾਬੀ ਵਿੱਚ ਕਾਨੂੰਨ ਹੀ ਨਹੀਂ ਕਹਿਣਾ ਆਉਂਦਾ ਤੇ ਉਹ ਪੰਜਾਬ ਦੇ ਲੋਕਾਂ ਦੇ ਅੱਗੇ ਆਣ ਕੇ ਹਿਫਾਜ਼ਤ ਕੀ ਕਰੇਗਾ? ਮੈਂ ਨਾ ਇਸੇ ਨੁਕਤੇ ਦੇ ਉੱਤੇ ਜਿਹੜੀ ਉਹ ਗੱਲਬਾਤ ਜਾਰੀ ਰੱਖਣਾ ਚਾਹੁੰਦਾ ਸੀ, ਪਰ ਅੱਜ ਜਿਹੜਾ ਤੁਹਾਡਾ ਜਵਾਬ ਸੀ ਇਹਦੇ ਵਿੱਚ ਕਈ ਵਾਰ ਤੁਸੀਂ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਘੇਰਿਆ, ਕਈ ਵਾਰੀ ਉਹਦੇ ਤੇ ਨਿਸ਼ਾਨੇ ਬਿੰਨੇ ਆ, ਸਿੱਧੇ ਤੌਰ ਤੇ ਜਿਹੜਾ ਉਹ ਕਹਿਤਾ ਕਿ ਰੰਗਮੰਚ ਵਾਂਗੂ ਜਿਹੜਾ ਇਸ ਵੇਲੇ ਸਾਰਾ ਕੁਝ ਚੱਲਦਾ ਪਿਆ। ਜਦੋਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਕਿ ਤੁਸੀਂ ਵੀ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਚੁਣੇ ਗਏ, ਬਗਾਵਤ ਹੋਈ, ਇਖਤਲਾਫ ਹੋਏ, ਉਹ ਗੱਲ ਅਲੱਗ ਆ ਕਿ ਇਸ ਵੇਲੇ ਵੱਖਰੇ ਵੱਖਰੇ ਰਾਹ ਹੋਏ ਪਏ ਆ। ਇਹੀ ਨੁਕਤਾ ਜਿਹੜਾ ਜੈਕਿਸ਼ਨ ਰੋੜੀ ਹੋਰਾਂ ਦੇ ਨਾਲ ਜਿਹੜੇ ਗੜ੍ਹਸ਼ੰਕਰ ਤੋਂ MLA ਨੇ, ਆਪ ਦੇ ਤੁਹਾਡੇ ਸਾਥੀ ਵੀ ਬਣੇ ਸੀ ਥੋੜ੍ਹੀ ਦੇਰ ਲਈ, ਬਾਅਦ 'ਚ ਵਾਪਸ ਚਲੇ ਗਏ ਸੀ, ਘਰ ਵਾਪਸੀ ਕਰ ਲਈ ਸੀ ਉਹਨਾਂ ਨੇ। ਉਹਨਾਂ ਨਾਲ ਗੱਲਬਾਤ ਕੀਤੀ ਕਿ ਸੁਖਪਾਲ ਖਹਿਰਾ ਨੇ ਤੁਹਾਡੇ ਇਸ ਸਟੈਂਡ ਦੇ ਉੱਤੇ ਕਿੰਤੂ ਪਰੰਤੂ ਕੀਤਾ ਆ, ਤੇ ਉਹ ਕਹਿੰਦੇ ਸੁਖਪਾਲ ਖਹਿਰਾ ਹੋਰੀ ਤਾਂ ਮੈਦਾਨ ਦੇ ਵਿੱਚ ਹੀ ਨਹੀਂ ਆ, ਮੈਂ ਉਹਦੇ ਬਾਰੇ ਜਵਾਬ ਹੀ ਨਹੀਂ ਦੇਣਾ, ਉਹਦੀ ਤਾਂ ਗੱਲ ਵੀ ਨਹੀਂ ਕੀਤੀ ਜਾ ਸਕਦੀ, ਜਿਹੜਾ ਮੈਦਾਨ 'ਚ ਹੁੰਦਾ ਗੱਲ ਉਹਦੀ ਕਰਨੀ ਚਾਹੀਦੀ ਹੈ। ਇਹ ਹੈਗੇ ਨੇ ਫਰਜ਼ੀ ਇਨਕਲਾਬੀ। ਇਹਨਾਂ ਨੇ ਨਾ ਵਿਧਾਨ ਸਭਾ ਦੇ ਵਿੱਚ ਜਦੋਂ ਅਖੀਰਲਾ ਦਿਨ ਸੀਗਾ ਪਰਸੋਂ, 7 ਬਿੱਲ ਪਾਸ ਕਰਨੇ ਸੀ ਪੰਜਾਬ ਵਿਧਾਨ ਸਭਾ ਦੇ ਸਰਕਾਰ ਨੇ, ਤੇ ਇਹਨਾਂ ਦਾ ਜਿਹੜਾ ਲੀਡਰ ਹੈਗਾ ਉਹ ਖੜਾ ਹੋ ਕੇ ਨਾ ਉਹਨੂੰ ਤੂੰ ਤੜਕ ਤੇ ਕੁਝ ਡੈਰੋਗੇਟਰੀ ਕਹਿਤਾ ਸਪੀਕਰ ਨੂੰ। ਸਾਰੀ ਕਾਂਗਰਸ ਭੜਕ ਗਈ। ਉਹਨਾਂ ਨੇ ਕਿਹਾ ਇਹਨੂੰ ਚੀਮੇ ਨੂੰ ਕਿ ਤੂੰ ਮਾਫੀ ਮੰਗ ਸਪੀਕਰ ਤੋਂ।
ਸਮਝ ਗਏ। ਔਰ ਇਹ ਮਾਫੀ ਤੋਂ ਸ਼ੋਰ ਮਚਾਉਣ ਲੱਗ ਗਏ। ਗਵਰਨਮੈਂਟ ਤਾਂ ਸ਼ੋਰ ਚਾਹੁੰਦੀ ਹੁੰਦੀ ਆ, ਉਹਨਾਂ ਨੇ ਇਹਨਾਂ ਦੇ ਮੂਰਖਾਂ ਦੇ ਸ਼ੋਰ ਵਿੱਚ 7 ਬਿੱਲ ਪਾਸ ਕਰਾ ਲਏ ਵਿਦਆਊਟ ਬਹਿਸ। ਵਿਜੀਲੈਂਸ ਕਮਿਸ਼ਨ, ਲੈਂਡਲੈਸ ਫਾਰਮਰਸ ਦਾ ਬਿੱਲ, ਔਰ ਜਿਹੜੇ ਸ਼ਡਿਊਲਡ ਟ੍ਰਾਈਬ ਸੀਗੇ ਉਹਨਾਂ ਨੂੰ ਜ਼ਮੀਨਾਂ ਅਲਾਟ ਕਰਨ ਦਾ ਬਿੱਲ, ਕੋਈ ਬਹਿਸ ਨਹੀਂ ਹੋਣ ਦਿੱਤੀ। ਤੇ ਜਦੋਂ ਇਹ ਵੈਲ ਵਿੱਚ ਖੜਦੇ ਸੀ ਇਹਨਾਂ ਦੇ ਐਮਐਲਏ ਨੂੰ, ਰੂੜੀ ਤਾਂ ਖਰੇ ਪਤਾ ਹੈ ਨਹੀਂ ਸੀ, ਲੱਭਾ ਨਹੀਂ ਮੈਨੂੰ, ਮੈਂ ਉਹਨਾਂ ਨੂੰ ਬੁਲਾ ਕੇ ਕਿਹਾ, ਮੈਂ ਕਿਹਾ ਗੱਲ ਸੁਣੋ ਯਾਰ, ਤੁਸੀਂ ਸਪੀਕਰ ਤੋਂ ਮਾਫੀ ਕਿਉਂ ਨਹੀਂ ਮੰਗਦੇ? ਜੇ ਤੁਹਾਡਾ ਕੇਜਰੀਵਾਲ ਬਿਕਰਮ ਮਜੀਠੇ ਤੋਂ ਮਾਫੀ ਮੰਗ ਸਕਦਾ ਤੇ ਤੁਸੀਂ ਮਾਫੀ ਮੰਗ ਲਓ ਯਾਰ, ਸਦਨ ਤਾਂ ਚੱਲ ਲੈਣ ਦਿਓ। ਇਸ ਲਈ ਇਹ ਜਿਹੜੇ ਲੋਕ ਨੇ ਇਹ ਸਾਰੇ ਫਰਜ਼ੀ ਇਨਕਲਾਬੀ ਨੇ। ਇਹਨਾਂ ਬਾਰੇ ਮੈਂ ਇਹ ਤੋਂ ਜ਼ਿਆਦਾ ਹੁਣ ਮੈਂ ਕੀ ਕਹਾਂ, ਇਹਨਾਂ ਦੇ ਲੋਕ, ਇਹਨਾਂ ਦੇ ਥੀਏਟਰਿਕਸ ਲੋਕ ਦੇਖ ਰਹੇ ਨੇ ਨਾ। ਔਰ ਇਹ ਕਿੰਨੇ ਕੁ ਲੜਾਈ ਦੇ ਵਿੱਚ ਨੇ। ਲੋਕ ਸਭਾ ਦੀ ਇਲੈਕਸ਼ਨ ਹੋਈ, 7% ਵੋਟ ਪਈ ਸਾਰੇ ਪੰਜਾਬ 'ਚ, ਉਹਦੇ 'ਚੋਂ 5 ਪੈਸੇ ਇਕੱਲੇ ਭਗਵੰਤ ਮਾਨ ਦੀ ਸੀ। ਆ ਜਿਹੜੇ ਬੋਲਦੇ ਨੇ ਕਹਿੰਦੇ ਜੀ ਫਲਾਨਾ ਖੇਡ 'ਚ, ਇਹਨਾਂ ਨੂੰ ਪੁੱਛੋ ਤੁਸੀਂ ਖੇਡ 'ਚ ਹੈਗੇ ਆ? ਸਾਰੀ ਸਟੇਟ ਵਿੱਚ 2 ਪੈਸੇ ਵੋਟ ਪਈ ਆ। ਔਰ ਜਿਹੜਾ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਬਣਾਇਆ ਸੀ ਉਹਦੇ 'ਚ 11% ਵੋਟ ਪਈ ਸੀ ਸਾਰੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੂੰ। ਇਸ ਲਈ ਬੇਬੁਨਿਆਦ ਜਿਹੀਆਂ ਗੱਲਾਂ ਕਰਦੇ ਨੇ। ਔਰ ਇਹਨਾਂ ਦਾ ਮੈਂ ਹੁਣ ਕੀ ਕਹਿਣਾ, ਇਹਨਾਂ ਨੂੰ ਤਾਂ ਹੁਣ ਆਉਣ ਵਾਲੇ ਸਮੇਂ 'ਤੇ ਲੋਕੀ ਮੱਤ ਸਿਖਾਉਣਗੇ। ਖੈਰ ਵਾਪਸ ਆਉਂਦੇ ਆ, ਕਿਉਂਕਿ ਬਾਰ-ਬਾਰ ਤੁਸੀਂ ਟੀਕਾ ਟਿੱਪਣੀਆਂ ਕੀਤੀਆਂ, ਮੈਨੂੰ ਲੱਗਾ ਕਿ ਇਹ ਸਵਾਲ ਕਰ ਲੈਣਾ ਚਾਹੀਦਾ। ਵਾਪਸ ਫਿਰ ਉੱਥੇ ਆਉਣਾ ਆ। ਮੈਨੂੰ ਲੱਗਦਾ ਕਿ ਬਹੁਤ ਅਹਿਮ ਨੁਕਤਾ ਹੈ। ਚਾਹੇ ਅਸੀਂ ਇਹ ਜਿਹੜੇ ਕੇਂਦਰੀ ਖੇਤੀ ਬਿੱਲ ਪਾਸ ਕੀਤੇ ਗਏ, ਕਾਨੂੰਨ ਬਣਾਏ ਗਏ ਆ, ਉਹਨਾਂ ਦੀ ਗੱਲ ਕਰ ਲਈਏ, ਚਾਹੇ ਹੋਰ ਬਹੁਤ ਸਾਰੇ ਫੈਸਲੇ ਇੱਦਾਂ ਦੇ ਲਏ ਜਾ ਰਹੇ ਆ, ਸੀਏ ਆ ਜਾਂਦਾ ਆ, ਐਨਆਰਸੀ ਦੀ ਗੱਲ ਚੱਲਦੀ ਆ, ਜੰਮੂ ਕਸ਼ਮੀਰ ਦੇ ਵਿੱਚ ਬਹੁਤ ਕੁਝ ਹੁੰਦਾ। ਲਗਭਗ ਕਹਿ ਸਕਦੇ ਕਿ ਸਾਰੀਆਂ ਚੀਜ਼ਾਂ ਦਾ ਕੇਂਦਰੀਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ। ਇਸ ਸਭ ਦੇ ਵਿੱਚ ਹੁਣ ਕੁਝ ਬਾਗੀ ਸੁਰਾਂ ਉੱਠ ਰਹੀਆਂ ਨੇ। ਪੰਜਾਬ ਦੇ ਵੱਲੋਂ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ ਗਿਆ, ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਰਾਜਸਥਾਨ ਨੇ ਕਹਿ ਦਿੱਤਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਵਿਸ਼ੇਸ਼ ਇਜਲਾਸ ਸੱਦਾਂਗੇ। ਮਹਾਰਾਸ਼ਟਰ ਦੀ ਸਰਕਾਰ ਨੇ ਸੀਬੀਆਈ ਨੂੰ ਲੈ ਕੇ ਇਹ ਮਤਾ ਪਗਾ ਲਿਆ ਕਿ ਸੀਬੀਆਈ ਕੋਈ ਵੀ ਕੇਸ ਜਿਹੜਾ ਹੈ ਉਹ ਮਹਾਰਾਸ਼ਟਰ ਦੇ ਵਿੱਚ ਜੇ ਕੋਈ ਜਾਂਚ ਕਰਨੀ ਚਾਹੁੰਦੀ ਹੋਏਗੀ ਤਾਂ ਪਹਿਲਾਂ ਸਰਕਾਰ ਤੋਂ ਉੱਥੋਂ ਦੀ ਤੋਂ ਇਜਾਜ਼ਤ ਲੈਣੀ ਪੈਗੀ। ਲਗਭਗ ਇਹੀ ਗੱਲ ਜਿਹੜੀ ਆ ਉਹ ਵੈਸਟ ਬੰਗਾਲ ਦੀ ਸਰਕਾਰ ਪਹਿਲਾਂ ਕਰ ਚੁੱਕੀ ਆ। ਉਹ ਚੀਜ਼ਾਂ ਜਿਹੜੀਆਂ ਨੇ ਲੱਗਦਾ ਕਿ ਹੁਣ ਸੂਬੇ ਇਸ ਫੈਡਰਲ ਢਾਂਚੇ 'ਚ ਕੇਂਦਰ ਸਰਕਾਰ ਨੂੰ ਦਿਖਾਉਣ ਲੱਗ ਪਿਆ ਕਿ ਜੇ ਤੁਸੀਂ ਸਾਡੇ ਹੱਕਾਂ ਤੇ ਡਾਕਾ ਮਾਰੋਗੇ ਤਾਂ ਅਸੀਂ ਵੀ ਤਿਆਰ ਹਾਂ ਮੂਹਰੇ ਅੜਨ ਲਈ। ਦੇਖੋ, ਮੈਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀ ਨਾ ਕਿ ਬੀਜੇਪੀ ਬਹੁਤ ਇੱਕ ਖਤਰਨਾਕ ਖੇਡ ਰਹੀ ਆ ਸਿਰਫ ਵੋਟਾਂ ਲੈਣ ਦੀ ਖਾਤਰ। ਜੇ ਬੀਜੇਪੀ ਇਸੇ ਤਰ੍ਹਾਂ ਹੀ ਆਪਣੇ ਏਜੰਡੇ ਨੂੰ ਲਾਗੂ ਕਰਦੀ ਰਹੀ ਕਿ ਸਟੇਟਾਂ ਦੀ ਭੰਨ ਤੋੜ ਕਰਨੀ ਹੈ, ਜੰਮੂ ਕਸ਼ਮੀਰ ਦੀਆਂ 2 ਯੂਟੀਆਂ ਬਣਾਤੀਆਂ, GST ਦੇ ਅਧਿਕਾਰ ਆਪਣੇ ਕੋਲ ਲੈ ਗਏ, ਇੱਕ ਦੇਸ਼ ਇੱਕ ਮੰਡੀ ਬਣਾਤੀ, ਪੰਜਾਬੀ ਨੂੰ ਖੋਹ ਲਿਆ ਜੰਮੂ ਕਸ਼ਮੀਰ ਦੇ ਵਿੱਚੋਂ, ਜਾਂ ਕਿਸੇ ਹੋਰ ਸੂਬੇ ਦੇ ਅਧਿਕਾਰ ਹੋਰ ਖੋਲੇ, ਸਾਰੇ ਦੇਸ਼ ਦੀਆਂ ਸ਼ਕਤੀਆਂ ਨੂੰ ਆਪਣੇ ਕੋਲ ਕੇਂਦਰਿਤ ਕਰਨਾ ਚਾਹੁੰਦੀ ਆ, ਤਾਂ ਮੈਂ ਸਮਝਦਾ ਕਿ ਇਹ ਦਿਨ ਦੂਰ ਨਹੀਂਗਾ ਜਿਸ ਦਿਨ ਦੇਸ਼ ਨੂੰ ਤੋੜਨ ਦੇ ਜ਼ਿੰਮੇਵਾਰ ਬੀਜੇਪੀ ਵਾਲੇ ਖੁਦ ਹੋਣਗੇ। ਕਿਉਂਕਿ ਇੰਡੀਆ ਕੀ ਆ, ਇੰਡੀਆ ਦੀ ਸਟਰੈਂਥ ਕਹਿੰਦੇ ਨੇ ਕਿ ਡਾਈਵਰਸਿਟੀ ਇਜ਼ ਦੀ ਸਟਰੈਂਥ ਆਫ ਇੰਡੀਆ, ਯੂਨਿਟੀ ਇਨ ਡਾਈਵਰਸਿਟੀ। ਸੋ ਔਰ ਜਿਹੜਾ ਹੁਣ ਤੁਸੀਂ ਕਿਹਾ ਕਿ ਵੱਖ-ਵੱਖ ਸਟੇਟਾਂ 'ਚੋਂ ਇਹ ਗੱਲਾਂ ਸੁਰਾਂ ਉੱਠ ਰਹੀਆਂ, ਇਹ ਬਹੁਤ ਜ਼ਰੂਰੀ ਹੈ। ਔਰ ਮੈਂ ਸਮਝਦਾ ਕਿ ਸਾਰੀ ਸਟੇਟਸ ਦੇ ਵੱਖ-ਵੱਖ ਪਾਰਟੀਆਂ ਨੂੰ ਇੱਕ ਨਵਾਂ ਗੱਠਜੋੜ ਬਣਾਉਣਾ ਚਾਹੀਦਾ ਵਾ, ਜਿਹੜਾ ਫੈਡਰਲ ਢਾਂਚੇ ਦੇ ਉੱਤੇ ਡਟ ਕੇ ਰਾਖੀ ਦੇਵੇ, ਜਿਹੜਾ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਰਾਖੀ ਦੇਵੇ। ਵਰਨਾ ਮੋਦੀ ਸਾਹਿਬ ਤੇ ਬੀਜੇਪੀ ਨੇ ਸਾਰੀਆਂ ਸਟੇਟਾਂ ਨੂੰ ਛੋਟੀਆਂ ਮਿਊਨਿਸਪੈਲਿਟੀਆਂ ਤੇ ਪੰਚਾਇਤਾਂ ਬਣਾ ਕੇ ਰਹਿਣ ਦੇਣਾ ਵਾ। ਅੱਜ ਸਾਡੇ ਕੋਲ ਕੋਈ ਅਧਿਕਾਰ ਨਹੀਂਗਾ। ਸਾਡੇ ਕੋਲ ਹੁਣ ਐਗਰੀਕਲਚਰ ਸਟੇਟ ਸਬਜੈਕਟ ਸੀਗਾ, ਸਭ ਨੂੰ ਪਤਾ, ਸਾਰਾ ਚਰਚਾ ਹੋ ਚੁੱਕੀ ਆ, ਲੇਕਿਨ ਉਹ ਸਟੇਟ ਸਬਜੈਕਟਾਂ ਉੱਤੇ ਡਾਕਾ ਮਾਰ ਕੇ ਵੀ ਕਾਨੂੰਨ ਪਾਰਲੀਮੈਂਟ ਵਿੱਚ ਬਣਾਈ ਜਾਂਦੇ ਨੇ। ਇਸ ਲਈ ਇਸ ਨੂੰ ਰੋਕਣ ਵਾਸਤੇ ਇੱਕ ਬ੍ਰੌਡ ਬੇਸਡ ਰੀਜਨਲ ਪਾਰਟੀਆਂ ਦਾ ਇੱਕ ਬਹੁਤ ਤਕੜਾ ਫੈਡਰਲ ਅਲਾਇੰਸ ਜਿਹੜਾ ਦੇਸ਼ ਵਿੱਚ ਬਣਨਾ ਚਾਹੀਦਾ। ਪੰਜਾਬ ਦੇ ਵਿੱਚ ਜਿਹੜਾ ਅਲਾਇੰਸ ਦੀ ਗੱਲ ਕਰ ਲਈਏ, ਤੁਸੀਂ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੀ ਗੱਡੀ ਦੇ ਵਿੱਚ ਬੈਠੇ ਵੀ ਨਜ਼ਰ ਆਏ ਸੀਗੇ ਤੇ ਕਈ ਤਰ੍ਹਾਂ ਦੀਆਂ ਕਨਸੂਆਂ ਉੱਠੀਆਂ। ਹੁਣ ਕੱਲ ਬ੍ਰਹਮਪੁਰਾ ਹੋਰਾਂ ਦਾ ਬਿਆਨ ਆ ਗਿਆ ਕਿ ਅਸੀਂ ਢੀਂਡਸਾ ਧੜੇ ਦੇ ਨਾਲ ਗੱਠਜੋੜ ਕਰਨ ਲਈ ਤਿਆਰ ਆ। ਕੋਈ ਇਦਾਂ ਦਾ ਗੱਠਜੋੜ ਬਣ ਰਿਹਾ? ਤੁਸੀਂ ਥੋੜਾ ਜਿਹਾ ਇਸ਼ਾਰਾ ਦਿੱਤਾ ਸੀ ਕਿਸੇ ਸਮੇਂ ਕਿ ਚੱਲਦੀ ਪਈ ਆ ਕੋਸ਼ਿਸ਼, ਉਹ ਕੋਸ਼ਿਸ਼ ਕਿੱਥੋਂ ਕੁ ਤੱਕ ਪਹੁੰਚੀ ਹੈ? ਸੰਭਾਵਨਾ ਕਦੋਂ ਕੁ ਤੱਕ ਸਪਸ਼ਟ ਰੂਪ ਉਹਦਾ ਬਾਹਰ ਨਿਕਲ ਕੇ ਆਉਣ ਦੀ ਹੈਗੀ? ਜਸਵੀਰ ਜੀ, ਮੈਂ ਤਾਂ ਬੜੀ ਦੇਰ ਤੋਂ ਅਰਸੇ ਤੋਂ ਨਾ ਬਿਲਕੁਲ ਓਨੈਸਟਲੀ ਕੋਸ਼ਿਸ਼ ਕਰ ਰਿਹਾ, ਔਰ ਜਿਹੜੀਆਂ ਤੁਸੀਂ ਧਿਰਾਂ ਦਾ ਨਾਮ ਲਿਆ ਲਗਭਗ ਸਾਰਿਆਂ ਦੇ ਨਾਲ ਬੈਠਕਾਂ ਜਾਂ ਵਿਚਾਰ ਚਰਚਾ ਹੋ ਗਈ ਆ। ਪਰਮਿੰਦਰ ਢੀਂਡਸਾ ਸਾਡਾ ਇੱਕ ਸਤਿਕਾਰਯੋਗ ਦੋਸਤ ਆ, ਇੱਕ ਸੁਲਝਿਆ ਹੋਇਆ ਪੜ੍ਹਿਆ ਲਿਖਿਆ ਇੱਕ ਆਗੂ ਆ। ਉਹਦੀ ਗੱਡੀ 'ਚ ਤਾਂ ਚਲੋ ਉਸ ਦਿਨ ਇਸ ਲਈ ਬਹਿਣਾ ਪਿਆ ਕਿਉਂਕਿ ਉੱਥੇ ਟ੍ਰੈਫਿਕ ਬਹੁਤ ਜੈਮ ਸੀਗੀ, ਤਾਂ ਮੇਰੀ ਗੱਡੀ ਜਦੋਂ ਲੋਕੇਟ ਨਹੀਂ ਹੋਈ ਤਾਂ ਉਹਨੇ ਕਿਹਾ ਕਿ ਤੁਹਾਨੂੰ ਮੈਂ ਛੱਡ ਦਿੰਦਾ ਜੀ, ਤਾਂ ਮੈਂ ਬੈਠ ਗਿਆ। ਕਿਸੇ ਹਮਖਿਆਲ ਬੰਦੇ ਨਾਲ ਬਹਿਣਾ ਕੋਈ ਮਾੜੀ ਗੱਲ ਨਹੀਂ ਗੀ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇੱਕ ਵਿਕਲਪ, ਅੱਜ ਪੰਜਾਬ ਨੂੰ ਇੱਕ ਜੇ ਵਿਕਲਪ ਬਣਾਉਣਾ ਹੀ ਆ ਨਾ, ਮੈਂ ਵਿਧਾਨ ਸਭਾ 'ਚ ਵੀ ਕਿਹਾ ਸੀਗਾ, ਆਪਣੀ ਤਕਰੀਰ ਖਤਮ ਕਰਨ ਤੋਂ ਪਹਿਲਾਂ ਔਨ ਰਿਕਾਰਡ ਆ, ਮੈਂ ਜਦੋਂ ਕਿਹਾ ਕਿ ਸਾਡੇ ਨਾਲ ਸਦਾ ਹੀ ਕੇਂਦਰ ਸਰਕਾਰਾਂ ਨੇ ਵਿਤਕਰਾ ਕੀਤਾ, ਮੈਂ ਕਿਹਾ ਕੈਪਟਨ ਸਾਹਿਬ ਅੱਜ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਆ, ਆਓ ਆਪਾਂ ਸਾਰੇ ਇਕੱਠੇ ਹੋ ਕੇ ਖੇਤਰੀ ਪਾਰਟੀ ਬਣਾਏ। ਮੈਂ ਤਾਂ ਉਹਨਾਂ ਨੂੰ ਵੀ ਕਾਲ ਦਿੱਤੀ ਸੀਗੀ। ਜਿਹੜੇ ਪਲੇਅਰਸ ਇੰਪੋਰਟੈਂਟ ਨਜ਼ਰ ਆਉਂਦੇ ਨੇ ਔਨ ਦ ਫੇਸ ਆਫ ਇਟ ਪੋਲੀਟੀਕਲੀ, ਅਦਰਵਾਈਜ਼ ਇੰਟੈਲੈਕਚੁਅਲਸ ਬਹੁਤ ਨੇ, ਆਰਟਿਸਟ ਕਲਾਕਾਰ ਨੌਜਵਾਨ ਵੀ ਬੜੇ ਉੱਭਰੇ ਨੇ,
ਉਹ ਸਾਰੇ ਵੀ ਸਾਡੇ ਨਾਲ ਚੱਲ ਸਕਦੇ, ਲੇਕਿਨ ਔਨ ਦ ਫੇਸ ਆਫ ਇਟ ਜਿਹੜੇ ਇੰਪੋਰਟੈਂਟ ਪਲੇਅਰਸ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਲੋਕ ਪਸੰਦ ਕਰ ਰਹੇ ਨੇ, ਇੱਕ ਹੈਗਾ ਨਵਜੋਤ ਸਿੰਘ ਸਿੱਧੂ, ਇੱਕ ਹੈਗੇ ਨੇ ਬੈਂਸ ਬ੍ਰਦਰਸ, ਇੱਕ ਹੈਗਾ ਵਾ ਪਰਮਿੰਦਰ ਸਿੰਘ ਢੀਂਡਸਾ, ਇੱਕ ਹੈ ਪ੍ਰਗਟ ਸਿੰਘ ਵਰਗੇ, ਸੁੱਚਾ ਸਿੰਘ ਛੋਟੇਪੁਰ, ਡਾਕਟਰ ਗਾਂਧੀ। ਤੇ ਫਿਰ ਡਾਊਨ ਦ ਲਾਈਨ ਜਿੱਦਾਂ ਅੱਛੇ ਲੋਕ ਜਿੱਦਾਂ ਸਰਦਾਰਾ ਸਿੰਘ ਜੋਹਲ ਨੇ, ਜਿਹੜੇ ਇੰਟੈਲੈਕਚੁਅਲਸ ਨੇ, ਜਿਹੜੇ ਹਲੇ ਨਾਨ ਪੋਲੀਟੀਕਲ ਕਹਿੰਦੇ ਨੇ, ਜਾਂ ਆਰਟਿਸਟ ਜਿੱਦਾਂ ਉਹ ਦੀਪ ਸਿੱਧੂ ਉੱਭਰਿਆ ਇੱਕ ਨਵਾਂ ਅੱਛਾ, ਜਾਂ ਹੋਰ ਕਲਾਕਾਰ ਜਿਹੜੇ ਸੰਘਰਸ਼ ਕਰਦੇ ਰਹੇ ਨੇ, ਉਹਨਾਂ ਮੈਂ ਹੁਣ ਇੱਦਾਂ ਨਾਮ ਲੈਣ ਲੱਗਾ ਤਾਂ ਲੰਬੀ ਲੜੀ ਹੋ ਜੂਗੀ। ਹੁਣ ਇਹ ਸਾਰੇ ਜੇ ਇਹ ਮਨ ਬਣਾ ਲੈਣ ਕਿ ਅਸੀਂ ਇਕੱਠੇ ਹੋਣਾ, ਯਕੀਨ ਰੱਖਣਾ ਕਿ ਪੰਜਾਬ ਦੇ ਲੋਕ ਇੱਕ ਪੰਜਾਬ ਦੀ ਧਰਤੀ ਤੋਂ ਪੈਦਾ ਹੋਇਆ ਝੰਡੇ ਨੂੰ ਪਸੰਦ ਕਰਨਗੇ। ਦੇ ਡੂ ਨਾਟ people just do not like national parties, whether it is ਆਮ ਆਦਮੀ ਪਾਰਟੀ, whether it is BJP, whether it's ਕਾਂਗਰਸ, ਕਿਉਂਕਿ ਇਹਨਾਂ ਨੂੰ ਅਸੀਂ ਪਰਖ ਚੁੱਕੇ ਹਾਂ। ਇਹ ਘੱਟ ਗਿਣਤੀਆਂ ਦੀ ਖਾਸ ਤੌਰ ਤੇ ਰਖਵਾਲੀ ਕਰਨ 'ਚ ਫੇਲ ਹੋਏ ਨੇ। ਕਾਂਗਰਸ ਦੇ ਉੱਤੇ ਤਾਂ ਬਹੁਤ ਵੱਡਾ ਧੱਬਾ ਵਾ। ਈਵਨ ਦਿੱਲੀ ਦੀ ਸਰਕਾਰ ਨੇ ਹੁਣੇ ਹੀ ਮੁਸਲਮਾਨਾਂ ਦਾ ਕਤਲੇਆਮ ਹੋਇਆ ਤਾਜ਼ਾ, ਉਹਦੇ 'ਚ ਇਹਨਾਂ ਨੇ ਉਹਦੇ 'ਚ ਇੱਕ ਲਫ਼ਜ਼ ਨਹੀਂ ਉਹਨਾਂ ਦੇ ਹੱਕ ਵਿੱਚ ਬੋਲਿਆ। ਯੂਆਪਾ ਵਰਗੇ ਕਾਨੂੰਨ ਨੂੰ ਇਕੱਲੇ ਪੰਜਾਬ 'ਚ ਨਹੀਂ, ਦਿੱਲੀ 'ਚ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਸੀ, ਜਿਹੜੇ ਇੰਟੈਲੈਕਚੁਅਲ ਸੀ, ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਚੱਕ ਕੇ ਮੋਦੀ ਯੂਆਪਾ 'ਚ ਠੁੱਕੀ ਜਾਂਦਾ। ਦਿੱਲੀ ਦੀ ਸਰਕਾਰ ਕੇਜਰੀਵਾਲ ਇੱਕ ਸ਼ਬਦ ਨਹੀਂ ਬੋਲਿਆ। ਦੇਅਰਫੋਰ ਇਹਨਾਂ ਸਭ ਨੂੰ ਪਰਖ ਚੁੱਕੇ ਨੇ। ਅੱਜ ਪੰਜਾਬ ਦੇ ਲੋਕ ਚਾਹੁੰਦੇ ਜਿਹੜੇ ਨੇ ਅਸੂਲਨ, ਜਿਹੜੇ ਮੈਂ ਨਾਮ ਚੰਗੇ ਜ਼ਿਕਰ ਕੀਤੇ ਨੇ, ਇਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ ਚਾਹੁੰਦੇ ਨੇ। ਗਾਏ ਬਗਾਏ ਇਹਨਾਂ ਸਭ ਨਾਲ ਸਾਡੀ ਗੱਲ ਹੋ ਚੁੱਕੀ ਆ। ਅਨਫੋਰਚੂਨੇਟਲੀ ਹਲੇ ਉਹ ਸਮਾਂ ਨਹੀਂ ਆਇਆ ਕਿ ਇੱਕ ਥਾਂ ਇਕੱਠੇ ਹੋ ਜਾਣ। ਅਜੇ ਸਮਾਂ ਨਹੀਂ ਆਇਆ। ਸਮਾਂ ਚੁਣਾਵੀ ਮਾਹੌਲ ਦਾ, ਸਮਾਂ ਜਦੋਂ ਚੋਣਾਂ ਆਉਣੀਆਂ ਨੇ, ਉਹ ਸਮਾਂ ਦੱਸੇਗਾ ਕਿ ਉਹ ਸਮਾਂ ਇਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਚੰਗੇ ਲੋਕ, ਪੰਜਾਬ ਹਿਤੈਸ਼ੀ ਲੋਕ, ਇਮਾਨਦਾਰ ਲੋਕ ਗਿਣਿਆ ਜਾ ਰਿਹਾ ਆ, ਉਹਨਾਂ ਨੂੰ ਸੂਟ ਕਰੇਗਾ ਜਾਂ ਨਹੀਂ ਕਰੇਗਾ। ਗੱਲਾਂ ਬਹੁਤ ਸਾਰੀਆਂ ਨੇ, ਨੁਕਤੇ ਬਹੁਤ ਸਾਰੇ ਨੇ, ਪਰ ਇਸ ਵੇਲੇ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ, ਚਾਹੇ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ ਤੇ ਚਾਹੇ ਉਸ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਦੀ ਗੱਲ ਕਰ ਲਈਏ, ਉਸ ਸਭ ਦੇ ਵਿੱਚੋਂ ਬਹੁਤ ਸਾਰੀਆਂ ਸਿਆਸੀ ਧਿਰਾਂ ਆਪੋ ਆਪਣਾ ਨਫਾ ਨੁਕਸਾਨ ਵੀ ਦੇਖਦੀਆਂ ਪਈਆਂ ਨੇ। ਤੇ ਹੋ ਸਕਦਾ ਸੰਭਾਵਨਾ ਇਹ ਵੀ ਹੈ ਕਿ ਇਸ ਸੰਘਰਸ਼ ਦੇ ਵਿੱਚੋਂ, ਜਿਵੇਂ ਦਿੱਲੀ ਦੇ ਵਿੱਚ ਇੰਡੀਆ ਅਗੇਂਸਟ ਕਰਪਸ਼ਨ, ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ, ਸੱਤਾ 'ਚ ਆਈ, ਸੱਤਾ 'ਚ ਆ ਕੇ ਕੀ ਕੀਤਾ ਕੀ ਨਹੀਂ ਕੀਤਾ ਉਹਦੇ ਤੇ ਵੱਖਰੀ ਬਹਿਸ ਹੋ ਸਕਦੀ ਹੈ। ਇੱਦਾਂ ਹੀ ਪੰਜਾਬ ਦੇ ਸੰਘਰਸ਼ ਦੇ ਵਿੱਚੋਂ ਹੋ ਸਕਦਾ 2022 ਦੇ ਵਿੱਚ ਕੋਈ ਨਵੀਂ ਧਿਰ ਨਿਕਲਦੀ ਨਜ਼ਰ ਆਵੇ, ਪਰ ਉਹ ਪੰਜਾਬ ਹਿਤੈਸ਼ੀ ਕਿੰਨੀ ਹੋਏਗੀ, ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਕਿੰਨਾ ਦੂਰ ਕਰੇਗੀ, ਪੰਜਾਬ ਦੇ ਮਸਲਿਆਂ ਨੂੰ ਕਿੰਨਾ ਹੱਲ ਕਰੇਗੀ, ਇਹ ਫਿਲਹਾਲ ਭਵਿੱਖ ਦੀ ਗੋਦ ਦੇ ਵਿੱਚ ਹੈ। ਖਹਿਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਥੈਂਕ ਯੂ ਸੋ ਮਚ ਜੀ, ਸਭ ਨੂੰ ਮੈਂ ਫਤਿਹ ਜੀ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ। ਸਹਿਯੋਗੀ ਪ੍ਰਵੀਨ ਬੌਬੀ ਦੇ ਨਾਲ ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।